ਸਾਹਿਬ ਜੀਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੀ ਹੀਤ। ਪੁਰਜਾ ਕਟ ਮਰੈ, ਕਬਹੂ ਨ ਛੱਡ ਖੀਤ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ। ਤਿਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ। ਜਿਨੇ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ। ਤਿਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ। ਪੀ ਤੂ ਹੈ ਸਾਲਾਹਣਾ ਪਿਆਰੇ, ਪੀ ਤੇਰੀ ਸਾਲਾਹ। ਵਿਨ ਬੋਹਿਥ ਭੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾਹ। ਪੀ ਤੂ ਹੈ ਸਾਲਾਹਣਾ ਪਿਆਰੇ, ਪੀ ਤੇਰੀ ਸਾਲਾਹ। ਵਿਨ ਬੋਹਿਥ ਭੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾਹ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ
ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਜਿਤਨੇ ਵੀ ਗੁਰੂ ਪਿਆਰੇ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ੇ ਹਨ। ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਪਾਤਸ਼ਾਹ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਆਪਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਰੋਜ਼ਾਨਾ ਸ਼ਰਵਣ ਕਰਦੇ ਹਾਂ। ਅੱਜ ਵੀ ਜੋ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਗੁਰ ਸ਼ਬਦ ਦੀ ਵਿਚਾਰ ਆਪਾਂ ਕਰਨੀ ਹੈ। ਪਰੰਤੂ ਉਸ ਤੋਂ ਪਹਿਲਾਂ ਅੱਜ ਦਾ ਮਹਾਨ ਪਾਵਨ ਪਵਿੱਤਰ ਜੋ ਦਿਹਾੜਾ ਹੈ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਛੋਟੇ ਸਾਹਿਬਜ਼ਾਦੇ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਅਤੇ ਧੰਨ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦਾ ਦਿਹਾੜਾ ਹੈ। ਸਾਰੀਆਂ ਸੰਗਤਾਂ ਦੇ ਹਿਰਦੇ ਬਲੂੰਦਰੇ ਜਾਂਦੇ ਹਨ। ਇਹਨਾਂ ਦਿਹਾੜਿਆਂ ਵਿੱਚ ਹਰ ਕੋਈ ਗੁਰਮੁਖ ਪਿਆਰਾ, ਕੋਈ ਸਿਮਰਨ ਕਰਦਾ, ਕੋਈ ਬਾਣੀ ਦਾ ਅਭਿਆਸ ਕਰਦੇ ਨੇ, ਕੋਈ ਹੱਥਾਂ ਦੇ ਨਾਲ ਸੇਵਾ ਕਰਦੇ ਸ਼ਹੀਦਾਂ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ। ਸਾਧ ਸੰਗਤ ਜੀ, ਜਿਸ ਵੇਲੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਜੰਗ ਨੂੰ ਫਤਿਹ ਕਰਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਹੀ ਹੁੰਦੇ ਹੋਏ ਆਲਮਗੀਰ ਦੀ ਧਰਤੀ ਤੋਂ ਅੱਗੇ ਰਾਏਕੋਟ ਦੀ ਧਰਤੀ ਤੇ ਪਹੁੰਚਦੇ ਨੇ, ਇੱਥੇ ਰਾਏ ਕੱਲਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬੜਾ ਵਿਖਮ ਜਿਹੜਾ ਸਮਾਂ ਆਪ ਜੀ ਦੇ ਉੱਤੋਂ ਗੁਜ਼ਰ ਰਿਹਾ ਹੈ, ਇਹੋ ਜਿਹੇ ਵਿਖਮ ਸਮੇਂ ਦੇ ਅੰਦਰ ਮੈਨੂੰ ਹੁਕਮ ਕਰੋ, ਮੈਂ ਆਪ ਜੀ ਦੀ ਕੀ ਸੇਵਾ ਕਰ ਸਕਾਂ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਰਾਏ ਕੱਲੇ ਨੂੰ ਕਹਿ ਰਹੇ ਨੇ ਕਿ ਵੱਡੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਮੇਰੇ ਨੇਤਰਾਂ ਦੇ ਸਾਹਮਣੇ ਸ਼ਹਾਦਤਾਂ ਦਾ ਜਾਮ ਪੀ ਗਏ, ਚਮਕੌਰ ਦੀ ਗੜੀ ਵਿੱਚ ਸ਼ਹੀਦੀਆਂ ਪਾ ਗਏ ਨੇ। ਪੰਜਾਂ ਪਿਆਰਿਆਂ ਵਿੱਚੋਂ 3 ਪਿਆਰੇ ਸਹਿਬਾਨ ਜੂਝ ਕੇ ਬਾਕੀ ਦੇ ਸਿੰਘ ਸ਼ਹੀਦ ਹੋ ਗਏ। ਸਰਸਾ ਦੇ ਕਿਨਾਰੇ ਤੋਂ ਸਾਡੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ, ਉਹ ਤਿੰਨੇ ਪਰਿਵਾਰ ਨਾਲੋਂ ਵਿਛੜ ਗਏ ਸਨ। ਪਤਾ ਲੱਗਿਆ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਰਾਏ ਕੱਲੇ ਨੂੰ ਕਹਿ ਰਹੇ ਨੇ ਕਿ ਜਰਵਾਣੀਆਂ ਨੇ ਸਰਹੰਦ ਵਿੱਚ ਉਹਨਾਂ ਲਾਲਾਂ ਨੂੰ ਸ਼ਹੀਦ ਕਰ ਦਿੱਤਾ ਹੈ। ਉੱਥੋਂ ਖਬਰ ਮੰਗਾਉਣੀ ਹੈ, ਸਰਹੰਦ ਵਿੱਚੋਂ ਕਿਸੇ ਦੀ ਡਿਊਟੀ ਲਾਓ। ਤਾਂ ਰਾਏ ਕੱਲੇ ਦੇ ਪਾਸ ਜਿਹੜਾ ਮੱਝੀਆਂ ਚਰਾਉਣ ਵਾਲਾ ਨੂਰਾ ਮਾਹੀ ਸੀ, ਇਹਦੀ ਭੈਣ ਜਿਹੜੀ ਨੂਰਾ ਸੀ ਸਰਹੰਦ ਵਿੱਚ ਵਿਆਹੀ ਹੋਈ ਸੀ। ਮੱਝੀਆਂ ਚਰਾਂਦਾ ਸੀ, ਰੋਜ਼ਾਨਾ ਦੂਰ ਤੱਕ ਜਾਂਦਾ ਸੀ ਪੈਦਲ ਚੱਲ ਕਰਕੇ। ਰਾਏ ਕੱਲੇ ਨੇ ਕਹਿ ਦਿੱਤਾ, ਸਤਿਗੁਰੂ ਪਾਤਸ਼ਾਹ ਮੈਂ ਨੂਰੇ ਮਾਹੀ ਨੂੰ ਸਰਹੰਦ ਵਿੱਚ ਭੇਜ ਕੇ ਖਬਰ ਮੰਗਾਉਂਦਾ ਹਾਂ।
ਸਤਿਗੁਰੂ ਪਾਤਸ਼ਾਹ ਜੀ ਰਾਏਕੋਟ ਦੀ ਪਾਵਨ ਉਹ ਧਰਤੀ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਵਿਖੇ ਸਜੇ ਹਨ। ਇੱਥੋਂ ਨੂਰਾ ਮਾਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲੋਂ ਸਰਹੰਦ ਵੱਲ ਨੂੰ ਗਿਆ। ਸਰਹੰਦ ਵਿੱਚ ਜਾ ਕਰਕੇ ਆਪਣੀ ਭੈਣ ਨੂਰਾ ਨੂੰ ਮਿਲਿਆ ਤੇ ਜਦੋਂ ਜਾ ਕਰਕੇ ਉਸ ਨੇ ਭੈਣ ਦਾ ਹਾਲ ਚਾਲ ਪੁੱਛਿਆ ਤਾਂ ਭੈਣ ਨੇ ਕਹਿ ਦਿੱਤਾ, ਵੀਰਾ ਕੀ ਦੱਸਾਂ, ਇਹ ਉੱਜੜ ਜਾਣ ਵਾਲੀ ਜਿਹੜੀ ਸਰਹੰਦ ਇੱਥੇ ਬੜਾ ਵੱਡਾ ਕਹਿਰ ਵਾਪਰ ਗਿਆ। ਨੂਰਾ ਮਾਹੀ ਕਹਿੰਦਾ, ਭੈਣ ਉਹ ਖਬਰ ਲੈਣ ਵਾਸਤੇ ਮੈਂ ਆਇਆ, ਮੈਨੂੰ ਖੋਲ ਕੇ ਦੱਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਲਾਲਾਂ ਨਾਲ ਕੀ ਬੀਤੀ ਹੈ। ਫਿਰ ਉੱਥੇ ਜਿਹੜੀ ਨੂਰਾ ਸੀ, ਨੂਰੇ ਮਾਹੀ ਦੀ ਭੈਣ, ਉਹ ਆਪਣੇ ਵੀਰ ਨੂਰੇ ਮਾਹੀ ਨੂੰ ਸਾਰੀ ਜਿਹੜੀ ਵਿਥਿਆ ਸੁਣਾਉਂਦੀ ਹੈ। ਉਹ ਵਿਥਿਆ ਆ ਕਰਕੇ ਨੂਰਾ ਮਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਰਾਏਕੋਟ ਦੀ ਧਰਤੀ ਤੇ ਸੁਣਾਉਣ ਲੱਗਿਆ ਹੈ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਬੜੀ ਇਕਾਗਰਤਾ ਦੇ ਨਾਲ ਖਾਮੋਸ਼ ਹੋ ਕਰਕੇ ਸਾਰੀ ਖਬਰ ਸੁਣ ਰਹੇ ਨੇ। ਕਿਵੇਂ ਖਬਰ ਸੁਣਾਈ, ਨੂਰੇ ਮਾਹੀ ਨੇ ਆ ਕਰਕੇ ਕਹਿਣ ਲੱਗਿਆ, ਸਤਿਗੁਰੂ ਪਾਤਸ਼ਾਹ ਆਪ ਜੀ ਦੇ ਛੋਟੇ ਫਰਜ਼ੰਦ ਮਾਤਾ ਗੁਜਰ ਕੌਰ ਜੀ ਤਿੰਨਾਂ ਨੂੰ ਜਾਨੀ ਖਾਂ ਤੇ ਮਾਨੀ ਖਾਂ ਨੇ ਜੋ ਗੰਗੂ ਨੇ ਗ੍ਰਿਫਤਾਰ ਕਰਵਾਏ ਸੀ, ਆਪਣੇ ਥਾਣੇ ਮੋਰਿੰਡੇ ਕੋਤਵਾਲੀ ਵਿੱਚ ਰੱਖੇ। 10 ਪੋਹ ਦੀ ਸ਼ਾਮ ਨੂੰ ਫਤਿਹਗੜ੍ਹ ਦੀ ਸਰਹੰਦ ਦੀ ਧਰਤੀ ਤੇ ਲਾਲਾਂ ਨੂੰ ਪਹੁੰਚਦਿਆਂ ਕਰ ਦਿੱਤਾ ਸੀ। 10 ਪੋਹ ਦੀਆਂ ਜਦੋਂ ਸ਼ਾਮਾਂ ਪੈ ਚੁੱਕੀਆਂ, ਕਚਹਿਰੀ ਬੰਦ ਹੋ ਚੁੱਕੀ, ਵਜੀਦੇ ਨੇ ਕਿਹਾ ਸੀ ਅੱਜ ਦੀ ਰਾਤ ਇਸ ਮਾਤਾ ਨੂੰ ਤੇ ਬੱਚਿਆਂ ਨੂੰ ਬੁਰਜ ਦੇ ਵਿੱਚ ਬਿਠਾਇਆ ਜਾਵੇ। ਫਿਰ ਮਾਤਾ ਗੁਜਰ ਕੌਰ ਜੀ ਨੇ ਸਾਹਿਬਜ਼ਾਦਿਆਂ ਨੂੰ ਆਪਣੇ ਗੋਡਿਆਂ ਤੇ ਲੈ ਕਰਕੇ ਗੋਦੀ ਦਾ ਨਿੱਘ ਦਿੰਦਿਆਂ, ਨਾ ਕੋਈ ਗਰਮ ਰਜਾਈਆਂ, ਨਾ ਤਲਾਈਆਂ, ਨਾ ਕੋਈ ਗਰਮ ਜੈਕਟਾਂ ਨੇ ਠੰਡ ਨੂੰ ਰੋਕਣ ਵਾਸਤੇ ਠੰਡਾ ਬੁਰਜ ਜਿੱਥੇ ਇਹ ਬੈਠ ਕਰਕੇ ਵਜੀਦ ਖਾਂ ਗਰਮੀਆਂ ਵਿੱਚ ਰਾਹਤ ਮਹਿਸੂਸ ਕਰਦਾ ਸੀ। ਅੱਜ ਪੋਹ ਦੇ ਮਹੀਨੇ ਹਨ, ਸਾਧ ਸੰਗਤ ਉਹ ਸੀਤ ਜਿਹੜੀਆਂ ਲਹਿਰਾਂ ਵਗਦੀਆਂ ਨੇ, ਸਾਹਿਬਜ਼ਾਦਿਆਂ ਦੇ ਲਾਲਾਂ ਦੇ ਬੁੱਲ ਠੰਡ ਦੇ ਨਾਲ ਨੀਲੇ ਹੋ ਚੁੱਕੇ ਸਨ। ਦਾਦੀ ਮਾਤਾ ਨੂੰ ਸਾਹਿਬਜ਼ਾਦੇ ਪੁੱਛਦੇ ਨੇ, ਮਾਂ ਇਹਨਾਂ ਜਰਵਾਣਿਆਂ ਨੇ ਕਿਉਂ ਇੱਥੇ ਸਾਨੂੰ ਲਿਆ ਕੇ ਬਿਠਾਇਆ, ਇਹ ਕੀ ਸੋਚਦੇ ਨੇ, ਇਹ ਕੀ ਮੰਗਦੇ ਹੋਣਗੇ। ਮਾਤਾ ਜੀ ਨੇ ਕਿਹਾ ਸੀ, ਸਾਹਿਬਜ਼ਾਦਿਓ ਬੱਚਿਓ, ਇਹ ਤੁਹਾਡੇ ਨਾਲ ਨਵੀਂ ਗੱਲ ਨਹੀਂ ਹੋਣ ਲੱਗੀ। ਵੱਡੇ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇਹਨਾਂ ਦਾ ਕੀ ਵਿਗਾੜਿਆ ਸੀ। ਜੇਠ ਹਾੜ ਦੀਆਂ ਲੋਆਂ ਵਿੱਚ ਤੱਤੀਆਂ ਤਵੀਆਂ ਤੇ ਚੌਂਕੜੇ ਲਗਵਾ ਦਿੱਤੇ, ਸੀਸ ਵਿੱਚ ਗਰਮ ਰੇਤ ਪਾ ਕੇ ਸਾਰਾ ਸਰੀਰ ਛਾਲਿਆਂ ਨਾਲ ਛਾਨਣੀ ਇਹਨਾਂ ਨੇ ਕਰ ਦਿੱਤਾ ਸੀ। ਤਸੀਹੇ ਦਿੱਤੇ, ਇੱਕੋ ਹੀ ਕਹਿ ਰਹੇ ਸਨ, ਸਾਡਾ ਧਰਮ ਕਬੂਲ ਕਰ ਲਓ। ਤੁਹਾਡੇ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸੀਸ ਦਾ ਬਲੀਦਾਨ ਦੇ ਦਿੱਤਾ, ਕੀ ਇਹਨਾਂ ਦਾ ਵਿਗਾੜਿਆ ਸੀ। ਇਹ ਤੁਹਾਡੇ ਉੱਪਰ ਵੀ ਇਸ ਤਰ੍ਹਾਂ ਦੇ ਸਵਾਲ ਕਰਨਗੇ। ਇਹ ਈਨ ਮਨਾਉਣੀ ਚਾਹੁੰਦੇ ਨੇ, ਕਲਮਾ ਪੜ੍ਹਾ ਕੇ ਆਪਣੇ ਇਸਲਾਮ ਧਰਮ ਦੇ ਵਿੱਚ ਲਿਆਉਣਾ ਚਾਹੁੰਣਗੇ, ਪਰੰਤੂ ਤੁਸੀਂ ਯਾਦ ਰੱਖਣਾ ਗੁਰੂ ਗੋਬਿੰਦ ਸਿੰਘ ਦੇ ਲਾਲ ਹੋ, ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਦੇ ਪੋਤਰੇ ਹੋ, ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੇ ਛੋਟੇ ਵੀਰੇ ਹੋ। ਘਬਰਾਉਣਾ ਨਹੀਂ ਹੈ, ਇਹ ਬੜੇ ਤਰ੍ਹਾਂ ਦੇ ਯਤਨ ਕਰਨਗੇ। ਸਾਰੀ ਰਾਤ ਦਾਦੀ ਮਾਤਾ ਜੀ ਠੰਡੇ ਬੁਰਜ ਵਿੱਚ 10 ਪੋਹ ਦੀ ਰਾਤ ਜਿਹੜੀ ਹੈ ਉਹ ਗੁਜ਼ਾਰਦੇ ਨੇ। 11 ਪੋਹ ਦਾ ਦਿਨ ਚੜ੍ਹਦਾ, ਜਿੱਦਣ ਪਹਿਲੀ ਪੇਸ਼ੀ ਹੋਣੀ ਸਾਹਿਬਜ਼ਾਦਿਆਂ ਦੀ। ਵਜੀਦ ਖਾਂ ਦੀ ਕਚਹਿਰੀ ਖੁੱਲ੍ਹਦੀ ਹੈ, ਸਿਪਾਹੀਆਂ ਨੂੰ ਹੁਕਮ ਹੋ ਜਾਂਦੇ ਕਿ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਲਾਲਾਂ ਨੂੰ ਕਚਹਿਰੀ ਵਿੱਚ ਲਿਆਂਦਾ ਜਾਵੇ। ਸਿਪਾਹੀ ਆ ਪਹੁੰਚੇ ਨੇ ਮਾਤਾ ਗੁਜਰ ਕੌਰ ਜੀ ਕੋਲ ਠੰਡੇ ਬੁਰਜ ਦੇ ਵਿੱਚ, ਕਹਿਣ ਲੱਗੇ, ਮਾਂ ਇਹਨਾਂ ਬੱਚਿਆਂ ਨੂੰ ਲਾਲਾਂ ਨੂੰ ਵਜੀਦ ਖਾਂ ਨੇ ਕਚਹਿਰੀ ਵਿੱਚ ਬੁਲਾਇਆ ਹੈ। ਮਾਤਾ ਜੀ ਕਹਿੰਦੇ ਨੇ, ਬੱਚਿਆਂ ਨੇ ਕੀ ਕਰਨਾ, ਮੈਂ ਜਾਵਾਂਗੀ ਇਹਨਾਂ ਦੇ ਨਾਲ, ਮੈਂ ਆਪ ਜਾਵਾਂਗੀ, ਕੋਈ ਗੱਲਬਾਤ ਕਰਨੀ ਤੇ ਮੈਂ ਕਰਾਂਗੀ। ਇਹ ਸਿਪਾਹੀ ਕਹਿੰਦੇ, ਮਾਤਾ ਤੇਰੀ ਲੋੜ ਨਹੀਂ ਹੈ, ਇਕੱਲੇ ਬੱਚਿਆਂ ਨੂੰ ਲੈ ਕਰਕੇ ਲਾਲਾਂ ਨੂੰ ਲੈ ਕੇ ਜਾਣਾ। ਹੱਥੀਂ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ, ਦੁਮਾਲੇ ਸਜਾਏ ਨੇ,
ਛੋਟੇ ਛੋਟੇ ਚੋਲੇ ਪਹਿਨਾਏ, ਕਮਰ ਕਸੇ ਕੀਤੇ, ਗਾਤਰੇ ਵਿੱਚ ਕਿਰਪਾਨਾਂ ਆਪ ਹੱਥਾਂ ਨਾਲ ਸਜਾਈਆਂ ਤੇ ਮਾਤਾ ਜੀ ਲਾਲਾਂ ਨੂੰ ਤੋਰਦੇ ਨੇ ਤੇ ਆਪ ਅਰਦਾਸ ਬੇਨਤੀ ਵਿੱਚ ਜੁਟਦੇ ਨੇ। ਗੁਰੂ ਨਾਨਕ ਸਾਹਿਬ, ਧੰਨ ਪਿਤਾ ਗੁਰੂ ਅਰਜਨ ਦੇਵ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਲਾਲਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਅੰਗ ਸੰਗ ਸਹਾਈ ਹੋ ਕੇ ਵਰਤਣਾ। ਅਵਸਥਾ ਉਮਰਾਂ ਕਰਕੇ ਛੋਟੀ ਪ੍ਰਤੀਤ ਹੁੰਦੀ ਹੈ, ਤੁਹਾਡੇ ਬੱਚੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ, ਲਾਲਾਂ ਦਾ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਮਾਤਾ ਜੀ ਅਰਦਾਸ ਵਿੱਚ ਜੁਟਦੇ ਨੇ, ਸਾਹਿਬਜ਼ਾਦਿਆਂ ਨੂੰ ਇਹ ਸਿਪਾਹੀ ਲੈ ਤੁਰਦੇ ਨੇ। ਜਦੋਂ ਰਸਤੇ ਵਿੱਚ ਜਾਂਦੇ ਨੇ, ਜਾਨੀ ਖਾਂ ਤੇ ਮਾਨੀ ਖਾਂ ਜਿਹੜੇ ਥਾਣੇਦਾਰਾਂ ਨੇ ਪਕੜ ਕੇ ਲਿਆਂਦਾ ਹੈ ਮੋਰਿੰਡੇ ਤੋਂ, ਇਹਨਾਂ ਦੇ ਮਨਾਂ ਵਿੱਚ ਲੋਭ ਲਾਲਚ ਛਾਲੇ ਮਾਰਦੇ, ਉੱਚੇ ਰੁਤਬੇ ਮਿਲਣਗੇ, ਅਹੁਦੇ ਮਿਲਣਗੇ, ਚੰਗੀਆਂ ਪਦਵੀਆਂ ਮਿਲਣਗੀਆਂ, ਮੂੰਹੋਂ ਮੰਗਿਆ ਇਨਾਮ ਵਜੀਦੇ ਕੋਲੋਂ ਪਾਵਾਂਗੇ। ਸਾਹਿਬਜ਼ਾਦਿਆਂ ਨੂੰ ਰਸਤੇ ਵਿੱਚ ਕਚਹਿਰੀ ਤੱਕ ਜਾਂਦਿਆਂ ਕੀ ਕਹਿੰਦੇ ਨੇ, ਤੁਸੀਂ ਜਾ ਕਰਕੇ ਵਜੀਦ ਖਾਨ ਨੂੰ ਮੱਥਾ ਟੇਕਣਾ, ਉੱਥੇ ਕੋਈ ਜਕਾਰਾ ਨਹੀਂ ਬੁਲਾਉਣਾ, ਕੋਈ ਫਤਿਹ ਨਹੀਂ ਉੱਥੇ ਬੁਲਾਉਣੀ ਹੈ, ਤੇ ਜਦੋਂ ਸਲਾਮ ਕਰੋਗੇ ਜੋ ਕਹਿਣਗੇ ਤੁਸੀਂ ਮੰਨ ਲੈਣਾ, ਤੁਹਾਡੀਆਂ ਜਾਨਾਂ ਬਖਸ਼ੀਆਂ ਜਾ ਸਕਦੀਆਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਲਾਲ ਸਾਹਿਬਜ਼ਾਦੇ ਆਪਸ ਵਿੱਚ ਦੋਵੇਂ ਗੱਲਾਂ ਕਰਦੇ, ਵੀਰ ਆਪਾਂ ਜਾ ਕਰਕੇ ਵਜੀਦ ਖਾਨ ਦੀ ਕਚਹਿਰੀ ਦੇ ਵਿੱਚ ਫਤਿਹ ਬੁਲਾਵਾਂਗੇ, ਜਿਹੜੀ ਫਤਿਹ ਸਾਨੂੰ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਾਂ ਦੀ ਪੁਰੀ ਤੋਂ ਦਿੱਤੀ ਹੈ। ਤੇ ਜੇਕਰ ਉੱਥੇ ਆਪਣੀ ਫਤਿਹ ਦਾ ਕੋਈ ਜਵਾਬ ਨਾ ਦਿੱਤਾ ਕਿਸੇ ਨੇ, ਫਤਿਹ ਦੀ ਨਰਾਦਰੀ ਹੋ ਜਾਣੀ। ਫਤਿਹ ਵੀ ਕਿਵੇਂ ਬੁਲਾਉਣੀ, ਇੱਕ ਦੂਸਰੇ ਵੱਲ ਮੂੰਹ ਕਰਕੇ ਇੱਕ ਦੂਸਰੇ ਨੂੰ ਆਪ ਹੀ ਜਵਾਬ ਦੇਵਾਂਗੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ 7 ਸਾਲ ਤੇ 9 ਸਾਲ ਦੀਆਂ ਜਿੰਦਾਂ ਬਚਨ ਕਰਦੀਆਂ ਜਾਂਦੀਆਂ। ਜਦੋਂ ਸਾਹਮਣੇ ਕਚਹਿਰੀ ਦੇ ਦਰਵਾਜ਼ੇ ਤੇ ਜਾਂਦੇ, ਵੱਡਾ ਗੇਟ ਬੰਦ ਕੀਤਾ ਜਰਵਾਣਿਆਂ ਨੇ, ਕਿਉਂਕਿ ਸੁੱਚਾ ਆਨੰਦ ਜੀ ਨੂੰ ਪੰਥ ਨੇ ਝੂਠਾ ਆਨੰਦ ਦਾ ਨਾਮ ਦਿੱਤਾ। ਅੰਦਰ ਬੈਠਾ ਸੀ ਵਜੀਦੇ ਦੇ ਕੰਨ ਭਰਨ ਵਾਸਤੇ। ਇਹਨੇ ਕਹਿ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਝੁਕਣੇ ਨਹੀਂ ਹਨ, ਪਰੰਤੂ ਝੁਕਾਵਾਂਗੇ ਇਹਨਾਂ ਨੂੰ, ਨਿੱਕੀ ਜਿਹੜੀ ਮੋਰੀ ਟਾਕੀ ਹੈ ਖੋਲ ਦਿਆਂਗੇ, ਜਦੋਂ ਅੰਦਰ ਦਾਖਲ ਹੋਣਗੇ ਆਟੋਮੈਟਿਕ ਹੀ ਸਿਰ ਇਹਨਾਂ ਦਾ ਝੁਕ ਜਾਣਾ। ਸਤਿਗੁਰੂ ਪਾਤਸ਼ਾਹ ਦੇ ਲਾਲ ਖੜ ਕਰਕੇ ਰਹਿ ਕਰਦੇ ਆਪਸ ਵਿੱਚ, ਇਹ ਵੱਡਾ ਗੇਟ ਕਿਉਂ ਬੰਦ ਕੀਤਾ? ਤਾਂ ਫਿਰ ਦੋਵੇਂ ਜਾਣੇ ਸਲਾਹ ਕਰਕੇ ਕਹਿੰਦੇ ਨੇ, ਇਹ ਆਪਾਂ ਨੂੰ ਝੁਕਾਉਣਾ ਚਾਹੁੰਦੇ ਨੇ। ਇਹ ਸਿਆਸੀ ਲੋਕ ਨੇ, ਸਿਆਸਤਦਾਨ ਬੰਦੇ ਇਸ ਤਰ੍ਹਾਂ ਹੀ ਕਰਿਆ ਕਰਦੇ, ਝੁਕਾਉਣਾ ਚਾਹੁੰਦੇ ਨੇ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਹਾਂ, ਗੁਰੂ ਪਿਤਾ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੋਂ ਬਿਨਾਂ ਕਿਤੇ ਸੀਸ ਨਹੀਂ ਝੁਕੇਗਾ। ਸਤਿਗੁਰੂ ਪਾਤਸ਼ਾਹ ਦੇ ਲਾਲ ਜਦੋਂ ਗਏ ਨੇ ਤਾਂ ਨਿੱਕੀ ਜਿਹੜੀ ਟਾਕੀ ਖੋਲੀ ਸੀ, ਮੋਰੀ ਛੋਟੀ ਖੋਲੀ ਹੋਈ, ਉਹਦੇ ਵਿੱਚ ਆਪਣੇ ਚਰਨਾਂ ਦੇ ਜੋੜੇ ਪਹਿਲਾਂ ਅੰਦਰ ਕੀਤੇ। ਜਦੋਂ ਚਰਨਾਂ ਦੇ ਜੋੜੇ ਵੇਖੇ ਤੇ ਝੂਠਾ ਆਨੰਦ ਦਾ, ਵਜੀਦ ਖਾਨ ਦਾ ਮੂੰਹ ਟੱਡਿਆ ਰਹਿ ਗਿਆ। ਅਸੀਂ ਚਾਹੁੰਦੇ ਸੀ ਝੁਕ ਜਾਣਗੇ ਗੁਰੂ ਗੋਬਿੰਦ ਸਿੰਘ ਦੇ ਲਾਲ, 7 ਸਾਲ ਤੇ 9 ਸਾਲ ਦੀਆਂ ਨਿੱਕੀਆਂ ਜਿੰਦਾਂ ਨੇ ਵੀ ਸਾਨੂੰ ਚਰਨਾਂ ਦੇ ਜੋੜੇ ਦਿਖਾ ਦਿੱਤੇ, ਸਾਡਾ ਨਿਰਾਦਰ ਕਰ ਦਿੱਤਾ ਭਰੀ ਕਚਹਿਰੀ ਦੇ ਵਿੱਚ। ਉਸ ਵੇਲੇ ਫਿਰ ਜਿਹੜਾ ਝੂਠਾ ਆਨੰਦ ਸੀ ਉੱਠ ਕੇ ਸਾਹਿਬਜ਼ਾਦਿਆਂ ਕੋਲ ਆਇਆ। ਜਦੋਂ ਸਾਹਿਬਜ਼ਾਦਿਆਂ ਨੇ ਗੱਜ ਕੇ ਫਤਿਹ ਬੁਲਾਈ, ਕਹਿਣ ਲੱਗਿਆ, ਬੱਚਿਓ ਇਹ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ, ਆਨੰਦਾਂ ਦੀ ਪੁਰੀ ਦੇ ਕਿਲਿਆਂ ਵਿੱਚ ਨਹੀਂ ਬੈਠੇ ਹੋ ਫਤਿਹ ਬੁਲਾਉਂਦੇ ਹੋ, ਇੱਥੇ ਕਲਮਾਂ ਪੜ੍ਹਨੀਆਂ ਪੈਣਗੀਆਂ, ਬਾਦਸ਼ਾਹ ਨੂੰ ਸਲਾਮ ਕਰਨੀ ਪਵੇਗੀ। ਸਾਹਿਬਜ਼ਾਦੇ ਕਹਿੰਦੇ, ਮਤਾ ਇਸ ਤਰ੍ਹਾਂ ਦੇ ਸ਼ਬਦ ਕਹੋ, ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਹਾਂ। ਫਿਰ ਝੂਠਾ ਆਨੰਦ ਨੇ ਕਿਹਾ ਸੀ, ਜਿਸ ਗੁਰੂ ਗੋਬਿੰਦ ਸਿੰਘ ਪਿਤਾ ਤੇ ਮਾਣ ਕਰਦੇ ਹੋ, ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਸੀਸ ਕੱਟ ਕਰਕੇ ਦਿੱਲੀ ਭੇਜ ਦਿੱਤਾ ਹੈ। ਚਮਕੌਰ ਦੀ ਗੜ੍ਹੀ ਅੰਦਰ ਤੁਹਾਡੇ ਪਿਤਾ ਸ਼ਹੀਦ ਹੋ ਚੁੱਕੇ ਨੇ। ਤੁਹਾਡੇ ਵੱਡੇ ਵੀਰ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹਾਦਤਾਂ ਦਾ ਜਾਮ ਪੀ ਗਏ, ਸ਼ਹੀਦ ਹੋ ਗਏ। ਤੁਹਾਡੇ ਨਾਲ ਦੇ ਸਿੰਘ ਸ਼ਹੀਦ ਕਰ ਦਿੱਤੇ ਨੇ। ਤੁਹਾਡਾ ਕੋਈ ਵੀ ਇਸ ਪ੍ਰਕਾਰ ਦੁਨੀਆ ਵਿੱਚ ਸਹਾਰਾ ਨਹੀਂ ਰਿਹਾ। ਤੁਸੀਂ ਕਲਮਾ ਪੜ੍ਹੋ, ਕੇਸ ਕਤਲ ਕਰਵਾ ਕੇ ਸਾਡਾ ਧਰਮ ਕਬੂਲ ਕਰੋ। ਬਾਬਾ ਫਤਿਹ ਸਿੰਘ ਸਾਹਿਬ, ਬਾਬਾ ਜੋਰਾਵਰ ਸਿੰਘ ਸਾਹਿਬ ਜੀ ਕੀ ਕਹਿੰਦੇ ਨੇ? ਝੂਠੇ ਆਨੰਦ ਨੂੰ ਕਹਿਣ ਲੱਗੇ, ਦੁਨੀਆ ਵਿੱਚ ਹਾਲੇ ਤੱਕ ਇਹੋ ਜਿਹਾ ਬੰਦਾ ਨਹੀਂ ਕੋਈ ਜੰਮਿਆ
ਜਿਹਦੀ ਧੜ ਦੇ ਉੱਤੇ 2 ਸਿਰ ਲੱਗੇ ਹੋਣ, ਜਿਹੜਾ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਦੇ ਸੀਸ ਨੂੰ ਕੱਟਣ ਦੇ ਸੁਪਨੇ ਲੈਂਦਾ ਹੋਵੇ। ਸਾਡੇ ਪਿਤਾ ਨੂੰ ਕੌਣ ਸ਼ਹੀਦ ਕਰਨ ਵਾਲਾ ਜੰਮਿਆ ਹੈ? ਅਸਮਾਨ ਵੱਲ, ਚੰਦਰਮਾ, ਸੂਰਜ ਵੱਲ ਮੂੰਹ ਕਰਕੇ ਥੁੱਕਾਂਗੇ, ਆਪਣੇ ਮੂੰਹ ਤੇ ਥੁੱਕਾਂ ਪੈ ਜਾਂਦੀਆਂ ਨੇ। ਸਤਿਗੁਰੂ ਪਾਤਸ਼ਾਹ ਦੇ ਲਾਲਾ ਨੇ ਜਦੋਂ ਇਹ ਜਵਾਬ ਦੇ ਦਿੱਤਾ, ਕਿਹਾ ਸੀ ਤੁਸੀਂ ਕੇਸ ਕਤਲ ਕਰਵਾਉਣ ਦੇ ਬੋਲ ਬੋਲਦੇ ਹੋ, ਕਲਮਾ ਪੜ੍ਹਨ ਬਾਰੇ ਕਹਿੰਦੇ ਹੋ, ਤੁਹਾਨੂੰ ਆਪਣਾ ਧਰਮ ਪਿਆਰਾ, ਸਾਨੂੰ ਆਪਣਾ ਧਰਮ ਪਿਆਰਾ, ਤੇ ਅਸੀਂ ਆਪਣੀ ਜਿਹੜੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਵਾਂਗੇ, ਕਦੇ ਅਸੀਂ ਧਰਮ ਜਿਹੜਾ ਆਪਣਾ ਉਹ ਨਹੀਂ ਛੱਡਾਂਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਦੇ ਲਾਲਾ ਨਾਲ ਹੋਰ ਬਹੁਤ ਜ਼ਿਆਦਾ ਸਵਾਲ ਜਵਾਬ ਇਹਨਾਂ ਜਰਵਾਣੀਆਂ ਕੀਤੇ। ਜਦੋਂ ਵੇਖਿਆ ਕਿ ਸਾਹਿਬਜ਼ਾਦੇ ਧਰਮ ਦੇ ਵਿੱਚ ਬੜੇ ਪਰਪੱਕ ਨੇ, ਦਾਦੀ ਮਾਤਾ ਗੁਜਰ ਕੌਰ ਦੇ ਪੋਤਰੇ ਹੋਣ, ਜਿਸ ਦਾਦੀ ਮਾਤਾ ਨੇ ਠੰਡੇ ਬੁਰਜ ਦੇ ਵਿੱਚ ਬੈਠ ਕੇ ਵੀ ਸਾਰੀ ਰਾਤ ਸਾਹਿਬਜ਼ਾਦਿਆਂ ਨੂੰ ਵੱਡੇ ਸਤਿਗੁਰਾਂ ਦੀਆਂ ਸ਼ਹਾਦਤਾਂ ਦੀਆਂ ਸਾਖੀਆਂ ਸੁਣਾਈਆਂ ਹੋਣ, ਜਿਹੜੀ ਦਾਦੀ ਮਾਤਾ ਗੋਦ ਵਿੱਚ ਲੈ ਕਰਕੇ ਨਿਤਨੇਮ ਕਰਦੀ ਹੋਵੇ, ਸਿਮਰਨ ਕਰਦੀ ਹੋਵੇ ਸਾਹਿਬਜ਼ਾਦਿਆਂ ਨਾਲ, ਤੇ ਕਿਵੇਂ ਸਾਹਿਬਜ਼ਾਦੇ ਧਰਮ ਤਿਆਗ ਦੇਣਗੇ? ਵਾਪਸ ਭੇਜ ਦਿੱਤਾ। 11 ਪੋਹ ਦੀ ਜਿਹੜੀ ਪੇਸ਼ੀ ਹੈ ਇਹ ਸਮਾਪਤ ਹੁੰਦੀ ਹੈ। ਸਾਹਿਬਜ਼ਾਦੇ ਦਾਦੀ ਮਾਤਾ ਦੇ ਕੋਲ ਆਉਂਦੇ ਨੇ, ਤੇ ਜਦੋਂ ਮਾਤਾ ਜੀ ਨੇ ਪੁੱਛਿਆ, ਸਾਹਿਬਜ਼ਾਦੇ ਬੱਚਿਓ ਕੀ ਪੁੱਛਿਆ ਗਿਆ? ਜੋ ਕੁਝ ਅੰਦਰ ਵਾਰਤਾ ਹੋਈ ਸਾਰੀ ਸਾਹਿਬਜ਼ਾਦਿਆਂ ਸ਼ਰਵਣ ਕਰਕੇ ਸੁਣਾ ਦਿੱਤੀ। ਉਸ ਤੋਂ ਬਾਅਦ ਦਾਦੀ ਮਾਤਾ ਗੁਜਰ ਕੌਰ ਜੀ ਨੇ ਫਿਰ ਕਹਿਣਾ ਕੀਤਾ ਕਿ ਇਹ ਕੁਝ ਵੀ ਜਰਵਾਣੇ ਕਰ ਸਕਦੇ ਨੇ, ਤੁਸੀਂ ਇੰਨਾ ਯਾਦ ਰੱਖਣਾ, ਗੁਰੂ ਗੋਬਿੰਦ ਸਿੰਘ ਦੇ ਲਾਲ ਹੋ, ਗੁਰੂ ਤੇਗ ਬਹਾਦਰ ਦੇ ਪੋਤਰੇ ਹੋ, ਆਪਣਾ ਧਰਮ ਨਹੀਂ ਕਦੇ ਤਿਆਗਣਾ। ਪਾਵਨ ਗੁਰਬਾਣੀ ਅੰਦਰ ਵੱਡੇ ਸਤਿਗੁਰੂ ਪਾਤਸ਼ਾਹ ਨੇ, ਭਗਤਾਂ ਨੇ ਵੀ ਸਾਨੂੰ ਸਿੱਖਿਆ ਦੇ ਦਿੱਤੀ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਦੁਨੀਆ ਦੇ ਸੁੱਖ ਐਸੋ ਪ੍ਰਸਤੀ ਦੇ ਜਿੰਨੇ ਵੀ ਹਨ ਮਿਲ ਸਕਦੇ ਨੇ ਬੰਦੇ ਨੂੰ, ਜੇ ਧਰਮ ਹੀ ਨਾ ਬੰਦੇ ਦਾ ਰਿਹਾ ਤੇ ਪੱਲੇ ਕੀ ਉਹਦੇ ਕੱਖ ਵੀ ਨਹੀਂ ਰਹਿੰਦਾ ਹੈ। ਸਭ ਤੋਂ ਵੱਡਾ ਮਹਾਮੂਰਖ ਬੰਦਾ ਮੰਨਿਆ ਜਾਂਦਾ ਜਿਹੜਾ ਆਪਣਾ ਧਰਮ ਛੱਡ ਦਿੰਦਾ, ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲੈਂਦਾ ਹੈ। ਦਾਦੀ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਿਆਂ ਨੂੰ ਸਾਰੀ ਰਾਤ ਫਿਰ ਗੋਦ ਵਿੱਚ ਲੈ ਕਰਕੇ ਨਾਲੇ ਤੇ ਸਿਮਰਨ ਕਰਦੇ, ਵੱਡੇ ਸਤਿਗੁਰਾਂ ਦੀਆਂ ਸ਼ਹਾਦਤਾਂ ਨੇਤਰਾਂ ਦੇ ਸਾਹਮਣੇ ਲਿਆਉਂਦੇ ਨੇ। ਸਿਮਰਨ ਕਰਦਿਆਂ ਜਦੋਂ ਰਾਤ ਗੁਜ਼ਰਦੀ ਹੈ ਤਾਂ ਸਾਧ ਸੰਗਤ 12 ਪੋਹ ਦਾ ਦਿਨ ਚੜ੍ਹਦਾ ਹੈ। ਜਿਹੜਾ ਕੱਲ੍ਹ ਦਾ ਦਿਨ ਲੰਘਿਆ 12 ਪੋਹ ਨੂੰ ਜਦੋਂ ਫਿਰ ਸਾਹਿਬਜ਼ਾਦਿਆਂ ਦੀਆਂ ਪੇਸ਼ੀਆਂ ਹੋਈਆਂ, ਸਾਹਿਬਜ਼ਾਦਿਆਂ ਨੂੰ ਕੱਲਿਆਂ ਨੂੰ ਫਿਰ ਜਰਵਾਣੇ ਲੈ ਕੇ ਤੁਰੇ ਹਨ। ਮਾਤਾ ਜੀ ਓਨਾ ਚਿਰ ਸਿਮਰਨ ਵਿੱਚ ਜੁਟਦੇ ਜਦੋਂ ਸਾਹਿਬਜ਼ਾਦੇ ਪੇਸ਼ੀ ਤੇ ਜਾਂਦੇ ਨੇ। ਅਰਦਾਸਾਂ ਕਰਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ, ਸਤਿਗੁਰੂ ਪਾਤਸ਼ਾਹ ਸਾਹਿਬਜ਼ਾਦਿਆਂ ਦੇ ਅੰਗ ਸੰਗ ਸਹਾਈ ਹੋ ਕੇ ਵਰਤਨ। ਆਪ ਦੇ ਬੱਚੇ ਨੇ, ਇਹਨਾਂ ਦਾ ਕੇਸਾਂ ਸਵਾਸਾਂ ਨਾਲ ਸਿੱਖੀ ਸਿਦਕ ਆਪ ਨੇ ਨਿਭਾ ਦੇਣਾ। ਇਹ ਜ਼ਾਲਮ ਜਿਹੜੇ ਇਹਨਾਂ ਨੂੰ ਧਰਮ ਪਰਿਵਰਤਨ ਕਰਵਾਉਣਾ ਚਾਹੁੰਦੇ ਨੇ, ਤਾਂ ਉਸ ਵੇਲੇ ਜਦੋਂ 12 ਪੋਹ ਦੀ ਫਿਰ ਪੇਸ਼ੀ ਹੁੰਦੀ, ਉਸ ਪੇਸ਼ੀ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਬਹੁਤ ਸਾਰੇ ਤਰ੍ਹਾਂ ਦੇ ਸਵਾਲ ਜਰਵਾਣੇ ਕਰਦੇ ਨੇ। ਫਿਰ ਉੱਥੇ ਪੁੱਛਣਾ ਕੀਤਾ, ਕਹਿੰਦੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਹੋ, ਬੜੀਆਂ ਕੋਮਲ ਜੀਆਂ ਤੁਹਾਡੀਆਂ ਜਿੰਦੜੀਆਂ ਨੇ, ਬੜੇ ਪਿਆਰੇ ਲੱਗਦੇ ਹੋ, ਤੁਹਾਡਾ ਖੇਡਣ ਦਾ ਵਕਤ ਸਮਾਂ ਹੈ, ਖਾਣ ਪੀਣ ਦਾ ਸਮਾਂ ਹੈ, ਤੁਸੀਂ ਕਲਮਾ ਪੜ੍ਹੋ, ਕੇਸ ਕਤਲ ਕਰਵਾ ਕੇ ਇਸਲਾਮ ਧਰਮ ਕਬੂਲ ਕਰੋ। ਇਹ ਬਾਦਸ਼ਾਹ ਵਜੀਦ ਖਾਨ ਜਿਹੜਾ ਸੂਬੇਦਾਰ ਆਪਣੀਆਂ ਪੁੱਤਰੀਆਂ ਦੇ ਡੋਲੇ ਤੁਹਾਨੂੰ ਦੇਵੇਗਾ, ਜ਼ਮੀਨਾਂ ਤੁਹਾਡੇ ਨਾਮ ਕਰਵਾ ਦੇਵੇਗਾ, ਅੱਧਾ ਰਾਜ ਤੁਹਾਨੂੰ ਦੇ ਦੇਵੇਗਾ, ਸੋਨੇ ਦਾ ਜਿਹੜਾ ਚਾਂਦੀ ਦੇ ਭੰਡਾਰੇ ਤੁਹਾਡੇ ਭਰ ਦੇਵੇਗਾ, ਧਰਮ ਜਿਹੜਾ ਹੈ ਸਾਡਾ ਕਬੂਲ ਕਰ ਲਓ। ਸਤਿਗੁਰੂ ਪਾਤਸ਼ਾਹ ਦੇ ਲਾਲਾ ਨੇ ਕਿਹਾ ਸੀ, ਧਰਮ ਕਦਾ ਚਿੱਤ ਨਹੀਂ ਛੱਡਾਂਗੇ। ਜੇ ਧਰਮ ਹੀ ਚਲਿਆ ਗਿਆ ਤੇ ਬੰਦੇ ਦੇ ਪੱਲੇ ਕੀ ਕੁਝ ਵੀ ਨਹੀਂ ਹੈ। ਫਿਰ ਉੱਥੇ ਇਹ ਝੂਠਾ ਆਨੰਦ ਕਹਿੰਦਾ ਸੀ, ਜੇ ਬੱਚਿਓ ਤੁਹਾਨੂੰ ਛੱਡ ਦੇਈਏ ਫਿਰ ਤੁਸੀਂ ਕੀ ਕਰੋਗੇ? ਸਾਹਿਬਜ਼ਾਦੇ ਕਹਿਣ ਲੱਗੇ, ਜੇ ਛੱਡ ਦੇਵੋਗੇ ਜੰਗਲਾਂ ਵਿੱਚ ਜਾਵਾਂਗੇ, ਘੋੜੇ ਖਰੀਦਾਂਗੇ, ਸਿੰਘਾਂ ਨੂੰ ਇਕੱਠੇ ਕਰਾਂਗੇ, ਦਲ ਬਣਾਵਾਂਗੇ, ਜਦੋਂ ਸੈਨਾ ਇਕੱਠੀ ਹੋ ਜਾਵੇਗੀ ਖਾਲਸੇ ਦੀ,
ਆਖਰੀ ਦਮ ਤੱਕ ਫਿਰ ਜ਼ੁਲਮ ਦੇ ਨਾਲ ਟਾਕਰਾ ਕਰਦੇ ਰਹਾਂਗੇ। ਵਜੀਦ ਖਾਂ ਕਹਿੰਦਾ ਦੇਖੋ, ਤੇ ਇਸ ਪ੍ਰਕਾਰ ਝੂਠਾ ਆਨੰਦ ਨੇ ਕਿਹਾ ਸੀ, ਵਜੀਦ ਖਾਂ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ, ਇੱਕ ਗੁਰੂ ਗੋਬਿੰਦ ਸਿੰਘ ਕਾਬੂ ਨਹੀਂ ਆਉਂਦਾ, ਇਹ ਦੋ ਹੋਰ ਹਨ। ਇੱਥੋਂ ਤੱਕ ਜਰਵਾਣਿਆਂ ਨੇ, ਦੁਸ਼ਟਾਂ ਨੇ ਬੋਲ ਕਹੇ ਸਨ, ਕਹਿੰਦੇ ਜੰਮ ਦੀਆਂ ਸੂਲਾਂ ਦੇ ਮੂੰਹ ਤੋੜ ਦੇਣੇ ਚਾਹੀਦੇ ਨੇ। ਸੱਪਾਂ ਦੇ ਪੁੱਤ ਸਪੋਲੀਏ ਸੱਪ ਹੁੰਦੇ ਨੇ, ਜਿੰਨਾ ਮਰਜੀ ਦੁੱਧ ਪਿਲਾ ਲਓ ਤੇ ਡਾਂਗੀ ਮਾਰਦੇ ਨੇ। ਇਹ ਸਤਿਗੁਰੂ ਪਾਤਸ਼ਾਹ ਦੇ ਲਾਲਾਂ ਵਾਸਤੇ ਜਦੋਂ ਸ਼ਬਦਾਵਲੀ ਇਹਨਾਂ ਨੇ ਵਰਤੀ, ਤਾਂ ਉਸ ਵੇਲੇ ਵਜੀਦ ਖਾਨ ਨੂੰ ਫਿਰ ਹੋਰ ਤਸੱਲੀ ਦਿਵਾਉਣ ਵਾਸਤੇ ਝੂਠਾ ਆਨੰਦ ਨੇ ਕਿਹਾ ਸੀ, ਕਹਿੰਦਾ ਜੇ ਮੇਰੇ ਕਹਿਣ ਦੇ ਉੱਤੇ ਭਰੋਸਾ ਨਹੀਂ ਆਉਂਦਾ ਤੇ ਇਹਨਾਂ ਦੀ ਪਰਖ ਕਰਕੇ ਵੇਖ ਲਓ। ਕਚਹਿਰੀ ਦੇ ਬਾਹਰਲੇ ਪਾਸੇ 3 ਹੱਟੀਆਂ ਦੁਕਾਨਾਂ ਬਣਾ ਦਿੱਤੀਆਂ। ਇੱਕ ਦੁਕਾਨ ਤੇ ਮਠਿਆਈ ਰੱਖੀ ਗਈ, ਦੂਸਰੀ ਦੁਕਾਨ ਦੇ ਉੱਤੇ ਖਿਡੌਣੇ ਰੱਖੇ, ਤੀਸਰੀ ਦੁਕਾਨ ਦੇ ਉੱਤੇ ਸ਼ਾਸਤਰ ਸਜਾ ਦਿੱਤੇ ਗਏ। ਕਹਿੰਦਾ ਪਤਾ ਲੱਗੇਗਾ ਵੀ ਇਹਨਾਂ ਦੇ ਇਰਾਦੇ ਕੀ ਹਨ। ਸਾਹਿਬਜ਼ਾਦਿਆਂ ਨੂੰ ਕੋਲ ਆ ਕੇ ਕਹਿਣ ਲੱਗਾ, ਬੱਚਿਓ ਬੜੇ ਪਿਆਰੇ ਲੱਗਦੇ, ਸਾਨੂੰ ਤਰਸ ਆਉਂਦਾ ਹੈ, ਤੁਹਾਨੂੰ ਛੱਡ ਦਿੱਤਾ ਜਾਂਦਾ, ਜਿੱਥੇ ਮਰਜੀ ਜਾਓ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲਾ ਨੂੰ ਕਚਹਿਰੀ ਦਾ ਗੇਟ ਖੋਲ੍ਹ ਕੇ ਬਾਹਰ ਕੱਢਿਆ, ਤਾਂ ਮਠਿਆਈ ਵਾਲੀ ਦੁਕਾਨ ਵੱਲ ਸਾਹਿਬਜ਼ਾਦਿਆਂ ਨੇ ਨਜ਼ਰ ਵੀ ਨਹੀਂ ਪਾਈ, ਖਿਡੌਣਿਆਂ ਨੂੰ ਹੱਥ ਲਾ ਕੇ ਵੀ ਨਹੀਂ ਵੇਖਣਾ ਕੀਤਾ। ਤੀਸਰੀ ਦੁਕਾਨ ਤੇ ਜਿੱਥੇ ਸ਼ਸਤਰ ਪਏ ਸਨ, ਬਾਬਾ ਫਤਿਹ ਸਿੰਘ ਜੀ ਨੇ ਆਪਣੇ ਹਿਸਾਬ ਨਾਲ ਛੋਟਾ ਜਿਹਾ ਪਿਸਤੌਲ ਚੁੱਕਿਆ। ਬਾਬਾ ਜੋਰਾਵਰ ਸਿੰਘ ਜੀ ਨੇ ਛੋਟੀ ਬੰਦੂਕ ਚੁੱਕੀ ਹੈ। ਕਦੇ ਛੋਟੀਆਂ ਕਿਰਪਾਨਾਂ ਸ੍ਰੀ ਸਾਹਿਬਾਂ ਚੁੱਕ ਕੇ ਵੇਖਦੇ, ਕਦੇ ਛੋਟੇ ਤੀਰ ਚੁੱਕ ਕੇ ਵੇਖਦੇ ਨੇ। ਆਪਸ ਵਿੱਚ ਕਹਿੰਦੇ ਇਹ ਸ਼ਾਸਤਰ ਬੜੇ ਸੁੰਦਰ ਸੋਹਣੇ ਲੱਗਦੇ ਨੇ, ਇਹ ਬੜੇ ਕਮਾਲ ਦੇ ਸ਼ਾਸਤਰ ਪਏ ਨੇ ਇੱਥੇ। ਤੇ ਅੰਦਰ ਝੂਠਾ ਆਨੰਦ ਕਹਿ ਰਿਹਾ, ਵਜੀਦ ਖਾਂ ਹੁਣ ਦੇਖੋ, ਇਹ ਤੇ ਜੰਮਦੇ ਹੀ ਸ਼ਾਸਤਰਾਂ ਨੂੰ ਹੱਥ ਪਾਉਂਦੇ ਨੇ, ਇਹ ਕੱਲ੍ਹ ਨੂੰ ਕਾਬੂ ਨਹੀਂ ਆਉਣਗੇ। ਫਿਰ ਉੱਥੇ ਜਿਹੜਾ ਫਤਵਾ ਸੀ ਸਾਹਿਬਜ਼ਾਦਿਆਂ ਨੂੰ ਲਗਵਾਉਣ ਵਾਸਤੇ, ਕਾਜੀ ਵੀ ਬੁਲਾ ਲਿਆ। ਕਿਹਾ ਸੀ ਇਹਨਾਂ ਲਾਲਾ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕਰਨ ਵਾਸਤੇ, ਖਤਮ ਕਰਨ ਵਾਸਤੇ ਫਤਵਾ ਸੁਣਾਓ। ਤੇ ਕਾਜੀ ਨੇ ਕਹਿ ਦਿੱਤਾ ਸੀ, ਕਾਨੂੰਨ ਦੀ ਕਿਸੇ ਕਿਤਾਬ ਦੇ ਅੰਦਰ ਵੀ ਐਸਾ ਕੋਈ ਕਾਨੂੰਨ ਲਿਖਿਆ ਨਹੀਂ ਮਿਲਦਾ ਕਿ ਦੁੱਧ ਦੀਆਂ ਦੰਦੀਆਂ ਜਿਨ੍ਹਾਂ ਬੱਚਿਆਂ ਦੀਆਂ ਨਿਕਲੀਆਂ ਨਾ ਹੋਣ, ਜਿਸ ਬਜ਼ੁਰਗ ਮਾਤਾ ਤੋਂ ਸਹਾਰੇ ਤੋਂ ਬਿਨਾਂ ਤੁਰਿਆ ਨਾ ਜਾਂਦਾ ਹੋਵੇ, ਬਜ਼ੁਰਗ ਦੇ ਉੱਤੇ ਕਹਿਰ ਕਰਨਾ, ਇਹ ਕਿਸੇ ਕਿਤਾਬ ਦੇ ਵਿੱਚੋਂ ਕਾਨੂੰਨ ਨਹੀਂ ਮਿਲੇਗਾ। ਤੇ ਜਦੋਂ ਕਾਜੀ ਨੇ ਜਵਾਬ ਦੇ ਦਿੱਤਾ ਸੀ, ਫਿਰ ਢਿੰਗੋ ਜੋਰੀ ਦੇ ਨਾਲ ਜਿਹੜੀ ਲਾਲ ਮਸੀਤ ਹੈ ਉਹਦੇ ਵਿੱਚੋਂ ਇਹ ਜਿਹੜਾ ਫਤਵਾ ਉੱਥੇ ਸੁਣਾਇਆ ਗਿਆ ਕਿ ਇਹਨਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਵੇ। ਜਦੋਂ ਸਾਧ ਸੰਗ ਤੇ ਕਚਹਿਰੀ ਦੇ ਅੰਦਰ ਆਵਾਜ਼ ਸੁਣਾਈ ਦਿੱਤੀ, ਗੁਰੂ ਗੋਬਿੰਦ ਸਿੰਘ ਦੇ ਲਾਲ 7 ਸਾਲ ਤੇ 9 ਸਾਲ ਦੀਆਂ ਨਿੱਕੀਆਂ ਜਿੰਦਾਂ, ਇਹਨਾਂ ਨੂੰ ਨੀਹਾਂ ਵਿੱਚ ਚਿਣਿਆ ਜਾਵੇਗਾ। ਸਾਰੀਆਂ ਕੌਮਾਂ, ਸਾਰੇ ਧਰਮ ਕਦੇ ਮਾੜੇ ਨਹੀਂ ਹੋਇਆ ਕਰਦੇ। ਉਹ ਇਸ ਪ੍ਰਕਾਰ ਬੈਠਾ ਸੀ ਸ਼ੇਰ ਮੁਹੰਮਦ ਮਲੇਰ ਕੋਟਲੀਆ, ਧਰਮੀ ਬੰਦਾ, ਧਰਮ ਤੇ ਵਿਸ਼ਵਾਸ ਰੱਖਣ ਵਾਲਾ, ਉੱਠ ਕੇ ਖੜਾ ਹੋ ਗਿਆ ਤੇ ਹਾਂ ਦਾ ਨਾਅਰਾ ਮਾਰਿਆ। ਕਹਿਣ ਲੱਗਿਆ, ਵਜੀਦ ਖਾਂ ਇਹ ਕਰਮ ਨਾ ਕਿਤੇ ਕਰ ਬੈਠੀ, ਧਰਤੀ ਨਹੀਂ ਚੱਲੇਗੀ, ਨਰਕ ਵੀ ਨਹੀਂ ਤੈਨੂੰ ਚੱਲਣਗੇ, ਧਰਤੀ ਗਰਕ ਹੋ ਜਾਵੇਗੀ। ਪਰੰਤੂ ਕਿੱਥੇ ਇਹ ਜਰਵਾਣੇ ਹਕੂਮਤ ਦੇ ਨਸ਼ੇ ਵਿੱਚ ਮੰਨਦੇ ਨੇ। ਉਸ ਵੇਲੇ ਇਹ ਸ਼ੇਰ ਮੁਹੰਮਦ ਮਲੇਰ ਕੋਟਲੇ ਵਾਲਾ ਹਾਂ ਦਾ ਨਾਅਰਾ ਮਾਰ ਕੇ ਬਾਹਰ ਨਿਕਲ ਗਿਆ। ਉਹਦੇ ਹਾਂ ਦੇ ਨਾਅਰੇ ਮਾਰੇ ਹੋਏ ਦਾ ਮੁੱਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਾਇਆ। ਮਲੇਰ ਕੋਟਲੇ ਵਾਲਾ ਆਪਣਾ ਇੱਕ ਕਦਮ ਵੀ ਨਹੀਂ ਬਾਬਾ ਜੀ ਨੇ ਪੁੱਟਿਆ ਸੀ। ਬਾਕੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। 1947 ਦੇਸ਼ ਦੀ ਵੰਡ ਹੁੰਦੀ ਹੈ, ਕਿੰਨੇ ਐਸੇ ਜਿਹੜੇ ਮੁਸਲਮਾਨ ਵੀਰਾਂ ਦੇ ਪਿੰਡਾਂ ਦੇ ਪਿੰਡ ਉਜੜ ਗਏ, ਕਿੰਨਾ ਕਤਲੇਆਮ ਹੋਇਆ, ਤੇ ਮਲੇਰ ਕੋਟਲੇ ਅੰਦਰ ਇੱਕ ਰੋਮ ਵੀ ਕਿਸੇ ਦਾ ਵਿੰਗਾ ਨਹੀਂ ਹੋਇਆ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਵਾਸਤੇ ਇਕੱਲਾ ਹਾਂ ਦਾ ਨਾਅਰਾ ਮਾਰਿਆ ਸੀ ਉਸਨੇ। ਤੇ ਜਦੋਂ ਸਾਧ ਸੰਗਤ ਜੀ ਇਹ ਫਤਵਾ ਸੁਣਾ ਦਿੱਤਾ ਗਿਆ, ਸਾਹਿਬਜ਼ਾਦਿਆਂ ਨੂੰ ਵਾਪਸ ਮਾਤਾ ਜੀ ਦੇ ਕੋਲ ਭੇਜਦੇ ਨੇ। 12 ਪੋਹ ਵਾਲੇ ਕੱਲ੍ਹ ਦਾ ਜਿਹੜਾ ਦਿਨ ਗੁਜ਼ਰਿਆ, ਅੱਜ ਦਾ ਜਿਹੜਾ ਦਿਨ ਹੈ, ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਣਾ।
ਦਾਦੀ ਮਾਤਾ ਪੁੱਛਦੀ ਹੈ, ਸਾਹਿਬਜ਼ਾਦਿਓ ਅੱਜ ਕੀ ਸਵਾਲ ਜਵਾਬ ਹੋਏ, ਕੀ ਉਹਨਾਂ ਨੇ ਕਿਹਾ? ਤਾਂ ਸਾਹਿਬਜ਼ਾਦੇ ਕਹਿੰਦੇ ਨੇ, ਮਾਤਾ ਉਹਨਾਂ ਨੇ ਬਹੁਤ ਤਰ੍ਹਾਂ ਦੇ ਡਰਾਵੇ ਵੀ ਦਿੱਤੇ, ਲੋਭ ਲਾਲਚ ਵੀ ਦਿਖਾਏ। ਜਦੋਂ ਅਸੀਂ ਨਹੀਂ ਮੰਨੇ, ਉਹਨਾਂ ਕਿਹਾ ਇਹ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ, ਇਹਨਾਂ ਨੂੰ ਨੀਹਾਂ ਵਿੱਚ ਚਿਣਿਆ ਜਾਵੇ। ਬਾਬਾ ਫਤਿਹ ਸਿੰਘ ਜੀ 7 ਸਾਲ ਦੀ ਅਵਸਥਾ ਵਿੱਚ ਕਹਿੰਦੇ, ਦਾਦੀ ਮਾਂ ਕੀ ਹੋਇਆ ਜੇ ਨੀਹਾਂ ਵਿੱਚ ਚਿਣ ਦੇਣਗੇ, ਜਰਵਾਣੇ ਮਾਰ ਤਾਂ ਨਹੀਂ ਦੇਣਗੇ? ਮਾਤਾ ਜੀ ਨੇ ਸਾਧ ਸੰਗਤ ਉਸ ਵੇਲੇ ਆਪਣੀ ਗੋਦ ਵਿੱਚ ਲੈ ਕੇ ਰਹਿਰਾਸ ਸਾਹਿਬ ਦੇ ਪਾਠ ਕੀਤੇ ਨੇ, ਸਿਮਰਨ ਵਿੱਚ ਜੁਟਦੇ ਨੇ, ਸਾਹਿਬਜ਼ਾਦਿਆਂ ਨੂੰ ਗੋਦ ਦਾ ਨਿੱਘ ਦਿੰਦੇ ਨੇ। ਅੱਜ ਦੀ ਜਿਹੜੀ ਰਾਤ ਆ ਲੰਘੀ ਹੈ, ਇਹ ਮਾਤਾ ਜੀ ਨੇ ਲੰਘਾਈ ਹੈ। ਅੱਜ ਦਾ ਇਹ 13 ਪੋਹ ਦਾ ਦਿਨ ਚੜ੍ਹਦਾ, 13 ਪੋਹ 1761 ਬਿਕਰਮੀ ਸੰਮਤ। ਤੇ ਜਦੋਂ ਸਾਧ ਸੰਗਤ ਜੀ ਦਾਦੀ ਮਾਤਾ ਦੇ ਕੋਲ ਸਿਪਾਹੀ ਆ ਖੜ੍ਹਦੇ ਨੇ, ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਕਚਹਿਰੀ ਵੱਲ ਲੈ ਕੇ ਜਾਣਾ, ਮਾਤਾ ਜੀ ਨੇ ਉਸ ਵੇਲੇ ਮੱਥੇ ਚੁੰਮੇ ਲਾਲਾਂ ਦੇ ਵੀ ਅੱਜ ਇਹ ਬਾਬਾ ਫਤਿਹ ਸਿੰਘ ਤੇ ਜੋਰਾਵਰ ਸਿੰਘ ਸਰੀਰ ਕਰਕੇ ਮੇਰੇ ਕੋਲ ਵਾਪਸ ਨਹੀਂ ਆਉਣਗੇ। ਬਾਬਾ ਫਤਿਹ ਸਿੰਘ ਜੀ ਨੂੰ ਜਿਸ ਵੇਲੇ ਮਾਤਾ ਜੀ ਇਹਨਾਂ ਦੇ ਮਾਤਾ ਜੀਤ ਕੌਰ ਜੀ ਸੱਚਖੰਡ ਗਏ, 2 ਸਾਲ ਦੀ ਸਾਰੀ ਉਮਰ ਸੀ। ਸਾਰੀ ਪਾਲਣਾ ਪੋਸ਼ਣਾ ਦਾਦੀ ਮਾਤਾ ਗੁਜਰ ਕੌਰ ਜੀ ਨੇ ਕੀਤੀ ਸੀ। ਇੰਨਾ ਸਨੇਹ ਮਾਤਾ ਜੀ ਦਾ ਲਾਲਾਂ ਸਾਹਿਬਜ਼ਾਦਿਆਂ ਨਾਲ ਅੱਜ ਆਪਣੇ ਹੱਥੀਂ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਨੀਹਾਂ ਵੱਲ ਤੋਰਨ ਲੱਗੇ ਨੇ। ਉਹਨਾਂ ਦੇ ਕੰਘੇ ਕੀਤੇ ਨੇ, ਜੋੜੇ ਸਜਾਏ ਨੇ, ਸੁੰਦਰ ਦੁਮਾਲੇ ਮਾਤਾ ਜੀ ਨੇ ਹੱਥੀਂ ਸਜਾਏ, ਚੋਲੇ ਪਹਿਨਾਏ ਨੇ, ਗਾਤਰੇ ਸ੍ਰੀ ਸਾਹਿਬਾਂ ਸਜਾਈਆਂ, ਗਲਾਂ ਵਿੱਚ ਹਜੂਰੀਏ ਪਰਨੇ ਪਾਏ ਹਨ। ਤੇ ਜਦੋਂ ਸਤਿਗੁਰੂ ਪਾਤਸ਼ਾਹ ਦੇ ਲਾਲ ਕਚਹਿਰੀ ਵੱਲ ਤੁਰੇ ਨੇ, ਦਾਦੀ ਮਾਤਾ ਦੇ ਵੱਲ ਮੁੜ ਕੇ ਵੇਖਦੇ ਨੇ। ਮਾਤਾ ਜੀ ਨੇ ਨੇਤਰ ਬੰਦ ਕੀਤੇ ਤੇ ਧਿਆਨ ਵਿੱਚ ਜੁਟ ਗਏ। ਗੁਰੂ ਨਾਨਕ ਸਾਹਿਬ ਦੇ ਚਰਨ ਫੜੇ, ਗੁਰੂ ਤੇਗ ਬਹਾਦਰ ਸਾਹਿਬ ਪਤੀ ਦੇਵ ਦੇ ਚਰਨਾਂ ਦਾ ਧਿਆਨ ਰੱਖਿਆ। ਇਹ ਆਪ ਜੀ ਦੇ ਪੋਤਰੇ ਨੇ, ਤੁਹਾਡੀ ਗੋਦ ਵੱਲ ਨੂੰ ਆਉਣ ਲੱਗੇ ਨੇ, ਇਹਨਾਂ ਦੇ ਅੰਗ ਸੰਗ ਸਹਾਈ ਹੋ ਕੇ ਵਰਤਣਾ। ਇੱਟਾਂ ਵੀ ਆ ਗਈਆਂ, ਜਿਹੜਾ ਕੋਈ ਗਾਰਾ ਚੂਨਾ ਆਦਿਕ ਹੈ ਉਹ ਵੀ ਲਿਆਂਦਾ ਗਿਆ। ਜਰਵਾਣੇ ਚਿਣਨ ਵਾਲੇ ਕਾਰੀਗਰ ਵੀ ਮੰਗਾਏ ਗਏ ਨੇ। ਕਚਹਿਰੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਪਹੁੰਚਦੇ ਨੇ। ਜਦੋਂ ਸਾਹਿਬਜ਼ਾਦਿਆਂ ਨੂੰ ਉਹ ਨੀਹਾਂ ਵਾਲੇ ਸਥਾਨ ਤੇ ਖੜਾਇਆ ਗਿਆ, ਫਿਰ ਬੜੇ ਲੋਭ ਲਾਲਚ ਦਿਖਾਏ। ਸਾਹਿਬਜ਼ਾਦੇ ਕਹਿੰਦੇ, ਇੱਕ ਵਾਰੀ ਕਹੋ, ਲੱਖਾਂ ਵਾਰੀ ਕਹੋ, ਕਦੇ ਧਰਮ ਨਹੀਂ ਛੱਡਾਂਗੇ। ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕੰਮ ਕਰਦੇ ਹਾਂ। ਜਪਜੀ ਸਾਹਿਬ ਦੇ ਪਾਠ ਦੋਹਾਂ ਸਾਹਿਬਜ਼ਾਦਿਆਂ ਨੇ ਆਰੰਭ ਕਰ ਦਿੱਤੇ। ਜਦੋਂ ਜ਼ਾਲਮਾਂ ਨੇ ਇੱਟਾਂ ਦੀ ਚਿਣ ਸਾਹਿਬਜ਼ਾਦੇ ਕਹਿੰਦੇ ਨੇ, ਇਹ ਜਿਹੜੀ ਕੰਧ ਹੈ ਸਿੱਖੀ ਦੀ ਉਸਾਰੀ ਜਾ ਰਹੀ। ਸਿੱਖੀ ਦੀ ਕੰਧ ਵਿੱਚ ਕੋਈ ਕੱਚਾ ਪਿੱਲਾ ਜਾਂ ਕੋਈ ਰੋੜਾ ਆਦਿਕ ਟੁੱਟੀ ਹੋਈ ਇੱਟ ਨਹੀਂ ਲੱਗਣੀ ਚਾਹੀਦੀ। ਉੱਥੇ ਜਰਵਾਣਿਆਂ ਨੇ ਫਿਰ ਕਰੰਡੀਆਂ ਤੇਸੀਆਂ ਲੈ ਕਰਕੇ ਸਾਹਿਬਜ਼ਾਦਿਆਂ ਦੇ ਗਿੱਟਿਆਂ ਨੂੰ ਛਾਂਗ ਦਿੱਤਾ। ਕਿਹੋ ਜਿਹਾ ਵਕਤ ਹੋਵੇਗਾ, ਸਾਡੇ ਪੈਰ ਅੱਜ ਸੁੰਨ ਹੁੰਦੇ, ਧਰਤੀ ਤੇ ਤੁਰਿਆ ਨਹੀਂ ਜਾਂਦਾ ਨੰਗੇ ਪੈਰੀ। ਕਿਤੇ ਥੋੜਾ ਬਹੁਤਾ ਕੋਈ ਰੋੜਾ ਲੱਗ ਜਾਵੇ, ਕੋਈ ਠੋਕਰ ਪੈਰ ਨੂੰ ਲੱਗ ਜਾਵੇ, ਮਨੁੱਖ ਦੀ ਜਾਨ ਨਿਕਲਣ ਵਾਲੀ ਹੋ ਜਾਂਦੀ। 7 ਸਾਲ ਤੇ 9 ਸਾਲ ਦੀਆਂ ਜਿੰਦਾਂ ਨੀਹਾਂ ਵਿੱਚ ਖੜਦੀਆਂ ਨੇ। ਤੇਸੀਆਂ ਕਰੰਡੀਆਂ ਦੇ ਇਸ ਪ੍ਰਕਾਰ ਬਾਰ ਗਿੱਟਿਆਂ ਤੇ ਕੀਤੇ ਜਾਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਲ। ਜਦੋਂ ਇਹ ਕੰਧ ਗੋਡਿਆਂ ਕੋਲ ਜਾਂਦੀ, ਫਿਰ ਉੱਥੇ ਚੱਪਣੀਆਂ ਆਉਂਦੀਆਂ ਗੋਡਿਆਂ ਦੀਆਂ, ਉੱਥੇ ਵੀ ਕਰੰਡੀਆਂ ਤੇਸੀਆਂ ਦੇ ਵਾਰ ਜਰਵਾਣੇ ਮਾਰ ਕੇ ਗੋਡਿਆਂ ਦੀਆਂ ਚੱਪਣੀਆਂ ਉਧੇੜਦੇ ਨੇ। ਛਾਤੀਆਂ ਤੱਕ ਕੰਧ ਜਾਂਦੀ। ਬਾਬਾ ਫਤਿਹ ਸਿੰਘ ਜੀ ਕੰਧ ਵਿੱਚ ਪਹਿਲਾਂ ਲੁਕਣ ਲੱਗੇ ਨੇ, ਕਿਉਂਕਿ 2 ਸਾਲ ਛੋਟੇ ਨੇ, ਉਮਰ ਵਿੱਚ ਕੱਦ ਵੀ ਛੋਟਾ ਹੈ। ਬਾਬਾ ਜੋਰਾਵਰ ਸਿੰਘ ਜੀ ਨੇ ਜਦੋਂ ਛੋਟੇ ਵੀਰ ਵੱਲ ਵੇਖਿਆ, ਮਨ ਦੇ ਵਿੱਚੋਂ ਐਸਾ ਵਿਰਾਗ ਦਾ ਉਛਾਲਾ ਵੱਜਿਆ, ਨੇਤਰਾਂ 'ਚੋਂ ਆਂਸੂ ਨਿਕਲੇ ਨੇ। ਬਾਬਾ ਫਤਿਹ ਸਿੰਘ ਜੀ ਕਹਿੰਦੇ, ਵੀਰ ਜੀ ਇਹੋ ਜਿਹੇ ਸਮੇਂ ਘਬਰਾ ਗਏ ਹੋ? ਬਾਬਾ ਜੋਰਾਵਰ ਸਿੰਘ ਕਹਿੰਦੇ, ਨਹੀਂ ਛੋਟੇ ਵੀਰ, ਘਬਰਾਇਆ ਨਹੀਂ। ਮੇਰਾ ਮਨ ਇਉਂ ਵਿਰਾਗੀ ਹੋ ਗਿਆ ਵੀ ਤੇਰੇ ਮੇਰੇ ਨਾਲੋਂ ਕਿੰਨੇ ਵੱਡੇ ਭਾਗ ਨੇ। ਤੂੰ 2 ਸਾਲ ਬਾਅਦ ਵਿੱਚ ਆਇਆ ਸੀ ਮਾਤ ਲੋਕ ਵਿੱਚ ਜਨਮ ਲੈ ਕੇ। ਦਾਦੇ ਗੁਰੂ ਤੇਗ ਬਹਾਦਰ ਦੀ ਗੋਦ ਵਿੱਚ ਮੈਨੂੰ ਛੱਡ ਕੇ ਤੂੰ ਪਹਿਲਾਂ ਜਾ ਰਿਹਾ।
ਬਾਬਾ ਫਤਿਹ ਸਿੰਘ ਜੀ ਕਹਿੰਦੇ, ਵੀਰ ਜੀ ਆਪਾਂ ਅਰਦਾਸ ਵੀ ਕੀਤੀ ਹੈ ਕਿ ਦੋਵੇਂ ਇਕੱਠੇ ਇੱਕੋ ਭਗਵਾਨ ਵਿੱਚ ਬੈਠ ਕੇ ਜਾਵਾਂਗੇ, ਇਕੱਠੇ ਹੀ ਸਰੀਰ ਤਿਆਗਾਂਗੇ। ਤੇ ਜਦੋਂ ਸਾਧ ਸੰਗਤ ਇਹ ਦੋਵੇਂ ਜਿੰਦਾ ਨੀਹਾਂ ਦੇ ਵਿੱਚ ਸਮਾ ਜਾਂਦੀਆਂ ਨੇ, ਜਪਜੀ ਸਾਹਿਬ ਦੇ ਪਾਠ ਪੂਰੇ ਹੁੰਦੇ ਨੇ, ਨਾਲ ਹੀ ਭੁਚਾਲ ਆਉਂਦਾ ਤੇ ਉਸ ਵੇਲੇ ਜਿਵੇਂ ਅਸਮਾਨ ਡੋਲਦੇ ਨੇ, ਜਿਹੜੀਆਂ ਕੰਧਾਂ ਮਗਰ ਨੂੰ ਡਿੱਗ ਪੈਂਦੀਆਂ। ਸਾਹਿਬਜ਼ਾਦਿਆਂ ਦੇ ਸਰੀਰ ਇੱਟਾਂ ਵਿੱਚ ਡਿੱਗੇ ਪਏ ਨੇ, ਬੇਸੁਰਤੀ ਹੋਸ਼ੀ ਦੀ ਐਸੀ ਹਾਲਤ ਵਿੱਚ ਨੇ, ਹਾਲੇ ਜਿਹੜੀ ਜੀਵ ਕਲਾ ਸਰੀਰਾਂ ਵਿੱਚੋਂ ਨਿਕਲੀ ਨਹੀਂ, ਸਹਿਕਦੇ ਹਨ। ਉੱਥੇ ਬਹੁਤ ਤਰ੍ਹਾਂ ਦੇ ਇਤਿਹਾਸਕਾਰਾਂ ਨੇ ਵੱਖੋ ਵੱਖਰੇ ਜਿਹੜੇ ਸਾਧ ਸੰਗਤ ਜੀ ਪ੍ਰਸੰਗ ਲਿਖੇ ਨੇ। ਕਿਸੇ ਨੇ ਕਿਹਾ ਦੁੱਧ ਵਿੱਚ ਕੇਸਰ ਪਾ ਕਰਕੇ ਪਿਲਾਇਆ ਗਿਆ, ਹੋਸ਼ ਵਿੱਚ ਲਿਆਂਦਾ। ਕਿਸੇ ਨੇ ਤਲੀਆਂ ਝੱਸਣੀਆਂ, ਕਿਸੇ ਨੇ ਸਿਰ ਵਿੱਚ ਮੱਖਣ ਝੱਸਣ ਦਾ ਜ਼ਿਕਰ ਕੀਤਾ, ਕਿਸੇ ਨੇ ਗੁਲੇਲੇ ਮਾਰਨ ਦਾ ਜ਼ਿਕਰ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਬਾਰੇ ਜੋ ਕੁਝ ਦਾਸ ਨੇ ਟਕਸਾਲ ਵਿੱਚ ਮਹਾਂਪੁਰਖਾਂ ਦੇ ਪਾਸੋਂ ਵਿਦਿਆ ਪੜ੍ਹਦਿਆਂ ਸੁਣਿਆ, ਕਾਪੀਆਂ ਦੇ ਵਿੱਚ ਨੋਟ ਕੀਤਾ, ਉਸ ਵੇਲੇ ਸਮਾਣੇ ਵਾਲੇ ਜਲਾਦ ਮੰਗਾਏ ਗਏ। ਉਹਨਾਂ ਨੇ ਸਾਧ ਸੰਗਤ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਦੇ ਉੱਤੇ ਗੋਡੇ ਰੱਖ ਕਰਕੇ ਦੋਹਾਂ ਦੀਆਂ ਧੜਾਂ ਦੇ ਨਾਲੋਂ ਜਿਹੜੇ ਸੀਸ ਤਲਵਾਰਾਂ ਦੇ ਵਾਰ ਮਾਰ ਕੇ ਇਕੱਠਿਆਂ ਦੇ ਜੁਦਾ ਕਰ ਦਿੱਤੇ ਸਨ। ਜਦੋਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋ ਗਈਆਂ, ਉਸ ਵੇਲੇ ਸਾਡੇ ਸਰੀਰ ਦੇ ਅੰਦਰ ਜਿਹੜਾ ਸੂਖਮ ਸਰੀਰ 17 ਤੱਤਾਂ ਦਾ ਇਹ ਬਾਹਰ ਨਿਕਲਿਆ ਹੈ। ਸੂਖਮ ਸਰੀਰ ਦੇ ਰਾਹੀਂ ਸਾਹਿਬਜ਼ਾਦੇ ਦਾਦੀ ਮਾਤਾ ਗੁਜਰ ਕੌਰ ਦੇ ਕੋਲ ਠੰਡੇ ਬੁਰਜ ਵਿੱਚ ਗਏ, ਜਾ ਕੇ ਫਤਿਹ ਬੁਲਾਈ ਹੈ। ਦਾਦੀ ਮਾਂ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਜਾ ਰਹੇ ਹਾਂ, ਤੁਸੀਂ ਵੀ ਸਾਡੇ ਨਾਲ ਚੱਲਣਾ ਕਰੋ। ਮਾਤਾ ਜੀ ਕਹਿੰਦੀ, ਬੱਚਿਓ ਸਾਹਿਬਜ਼ਾਦਿਓ, ਤੁਹਾਡੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ, ਤੁਹਾਡੇ ਸਰੀਰ ਨਹੀਂ ਦਿਸਦੇ, ਕੀ ਕਾਰਨ ਹੈ? ਤਾਂ ਸਾਹਿਬਜ਼ਾਦੇ ਕਹਿੰਦੇ, ਅਸੀਂ ਅਕਾਲ ਬਾਣਾ ਧਾਰਨ ਕਰ ਲਿਆ, ਪਰਮੇਸ਼ਰ ਵਾਹਿਗੁਰੂ ਦੇ ਸਰੂਪ ਦੇ ਅੰਦਰ ਭੇਦ ਹੋ ਗਏ ਹਾਂ, 5 ਤੱਤਾਂ ਦੇ ਵਿੱਚ ਲੀਨ ਹੋ ਚੁੱਕੇ ਹਾਂ, ਤੇ ਸਾਡੇ ਨਾਲ ਭਗਵਾਨ ਵਿੱਚ ਬੈਠ ਕੇ ਚੱਲੋ। ਮਾਤਾ ਜੀ ਯੋਗਾ ਅਭਿਆਸ ਦੇ ਬੜੇ ਅਭਿਆਸੀ ਸਨ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ। ਜਿਹੜੀ ਬ੍ਰਹਮ ਰੰਧਰ ਨਾੜ ਹੁੰਦੀ, ਜੋਗੀ ਇੱਥੋਂ ਸਵਾਸ ਕੱਢਦੇ 10ਵੇਂ ਦੁਆਰ ਵਿੱਚੋਂ। ਮਾਤਾ ਜੀ ਯੋਗ ਸਾਧਨਾ ਦੇ ਅਭਿਆਸੀ ਹੋਣ ਕਰਕੇ ਬ੍ਰਹਮ ਰੰਧਰ ਦੀ ਜਿਹੜੀ ਨਾੜ ਹੈ, ਇਹਨੂੰ ਫੋੜ ਕਰਕੇ 10ਵੇਂ ਦੁਆਰ ਰਾਹੀਂ ਸਵਾਸ ਕੱਢ ਕੇ ਸਾਹਿਬਜ਼ਾਦਿਆਂ ਨਾਲ ਬੈਠ ਕੇ ਇੱਕੋ ਭਗਵਾਨ ਵਿੱਚ ਸੱਚਖੰਡ ਨੂੰ ਗਏ ਨੇ। ਜਦੋਂ ਤਿੰਨੇ ਰੂਹਾਂ ਸੱਚਖੰਡ ਨੂੰ ਰਵਾਨਾ ਹੋਈਆਂ, ਸਿਪਾਹੀ ਆਏ ਨੇ ਸੁਨੇਹਾ ਦੇਣ ਵਾਸਤੇ। ਠੰਡੇ ਬੁਰਜ ਵਿੱਚ ਦੇਖਿਆ ਮਾਤਾ ਜੀ ਤੇ ਸਰੀਰ ਤਿਆਗੀ ਬੈਠੇ ਹਨ। ਫਿਰ ਸਾਧ ਸੰਗਤ ਜੀ, ਕੁਝ ਇਤਿਹਾਸਕਾਰਾਂ ਨੇ ਇੱਥੇ ਕਹਿ ਦਿੱਤਾ ਜੀ ਮਾਤਾ ਜੀ ਨੇ ਕੰਧ ਵਿੱਚ ਟੱਕਰ ਮਾਰੀ ਸੀ। ਕਿਸੇ ਨੇ ਕਹਿ ਦਿੱਤਾ ਜੀ ਉਹਨਾਂ ਦੇ ਕੋਲ ਹੀਰਾ ਸੀ, ਹੀਰਾ ਚੱਟ ਕਰਕੇ ਉਹਨਾਂ ਦੀ ਮੌਤ ਹੋ ਗਈ। ਗੁਰੂ ਗੋਬਿੰਦ ਸਿੰਘ ਦੀ ਮਾਤਾ ਹੋਵੇ, ਜਿਸ ਮਾਤਾ ਨੇ ਪਤੀ ਹੱਥੀਂ ਤੋਰਿਆ ਹੋਵੇ ਦਿੱਲੀ ਵੱਲ ਨੂੰ, ਜਿਸ ਮਾਤਾ ਨੇ ਪੋਤਰਿਆਂ ਨੂੰ ਤਿਆਰ ਕਰਕੇ ਸਿੱਖਿਆ ਦੇ ਕੇ ਨੀਹਾਂ ਵਿੱਚ ਚਿਣਨ ਵਾਸਤੇ ਭੇਜਿਆ ਹੋਵੇ, ਕੀ ਮਾਤਾ ਆਤਮ ਹੱਤਿਆ ਕਰੇਗੀ? ਆਤਮ ਘਾਤੀ ਹੈ ਜਗਤ ਕਸਾਈ, ਗੁਰਬਾਣੀ ਤੇ ਕਹਿੰਦੀ ਪਈ ਹੈ। ਮਾਤਾ ਜੀ ਨੇ ਉਸ ਵੇਲੇ ਫਿਰ ਬ੍ਰਹਮ ਰੰਧਰ ਦੀ ਨਾੜ ਫੋੜ ਕੇ 10ਵੇਂ ਦੁਆਰ ਦੇ ਰਾਹੀਂ ਸਵਾਸ ਕੱਢ ਕੇ ਸਾਹਿਬਜ਼ਾਦਿਆਂ ਦੇ ਨਾਲ ਪਿਆਨਾ ਕੀਤਾ। ਜਦੋਂ ਤਿੰਨੇ ਸਰੀਰ ਸਰਹੰਦ ਦੀ ਧਰਤੀ ਤੇ ਪਏ ਨੇ, ਜਰਵਾਣਿਆਂ ਦਾ ਗੁੱਸਾ ਹਾਲੇ ਠੰਡਾ ਨਹੀਂ ਹੋਇਆ ਸੀ। ਵਜੀਦੇ ਨੇ ਕਹਿ ਦਿੱਤਾ ਸੀ, ਇਹਨਾਂ ਦੇ ਸਰੀਰ ਰੋਲਾਂਗਾ, ਇਹਨਾਂ ਦਾ ਸੰਸਕਾਰ ਨਹੀਂ ਹੋਣ ਦੇਣਾ, ਕਿਉਂਕਿ ਮੈਂ ਹਾਕਮ ਹਾਂ, ਮੇਰਾ ਹੁਕਮ ਚੱਲਦਾ, ਮੇਰੀ ਜ਼ਮੀਨ ਹੈ, ਮੈਂ ਆਪਣੀ ਜ਼ਮੀਨ ਤੇ ਸੰਸਕਾਰ ਨਹੀਂ ਇਹਨਾਂ ਦਾ ਹੋਣ ਦਿਆਂਗਾ। ਬਾਬਾ ਟੋਡਰ ਮੱਲ ਜੀ ਧੰਨ ਗੁਰੂ ਤੇ ਧੰਨ ਗੁਰੂ ਦੇ ਪਿਆਰੇ ਸਿੱਖ, ਉਹਨਾਂ ਨੇ ਕਿਹਾ, ਵਜੀਦ ਖਾਂ ਮੈਂ ਮੁੱਲ ਖਰੀਦ ਕਰਕੇ ਜ਼ਮੀਨ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨਾ ਚਾਹੁੰਦਾ। ਫਿਰ ਸੋਨੇ ਦੀਆਂ ਕਹਿੰਦੇ ਮੋਹਰਾਂ ਜਿਹੜੀਆਂ ਵਜੀਦ ਖਾਂ ਕਹਿੰਦਾ ਉਹਦੇ ਬਦਲੇ ਇਹ ਧਰਤੀ ਦਿਆਂਗਾ। ਜਦੋਂ ਮੋਹਰਾਂ ਵਿਛਾਣ ਲੱਗਿਆ ਤੇ ਵਜੀਦਾ ਕਹਿੰਦਾ ਮੋਹਰਾਂ ਖੜੀਆਂ ਕਰਕੇ ਧਰਤੀ ਦੇਵਾਂਗਾ। ਫਿਰ ਉਸ ਬਾਬਾ ਟੋਡਰ ਮੱਲ ਜੀ ਨੇ ਸਾਰੀ ਜਿਹੜੀ ਧਰਤੀ ਸੀ ਜਿੱਥੇ ਸੰਸਕਾਰ ਹੋਣਾ ਸੀ, ਗੁਰਦੁਆਰਾ ਅੱਜ ਜੋਤੀ ਸਰੂਪ ਸਾਹਿਬ ਹੈ, ਉਹ ਮੋਹਰਾਂ ਖੜੀਆਂ ਕਰਕੇ ਓਨੀ ਜਗ੍ਹਾ ਖਰੀਦੀ ਜਰਵਾਣਿਆਂ ਤੋਂ। ਫਿਰ ਤਿੰਨਾਂ ਹੀ ਸਰੀਰਾਂ ਨੂੰ ਬਾਬਾ ਟੋਡਰ ਮੱਲ ਜੀ ਨੇ ਸਾਹਿਬਜ਼ਾਦਿਆਂ ਦੇ ਆਪ ਹੱਥੀਂ ਇਸ਼ਨਾਨ ਕਰਵਾਏ ਸੀ ਅੰਤਲੇ ਸਮੇਂ।
ਬਾਬਾ ਟੋਡਰ ਮੱਲ ਜੀ ਦੀ ਪਤਨੀ ਨੇ ਮਾਤਾ ਗੁਜਰ ਕੌਰ ਜੀ ਦਾ ਹੱਥੀਂ ਇਸ਼ਨਾਨ ਕਰਵਾਇਆ। ਤਿੰਨਾਂ ਨੂੰ ਚੰਦਨ ਦੀ ਚਿਖਾ ਤਿਆਰ ਕਰਕੇ ਲਾਂਬੂ ਬਾਬਾ ਟੋਡਰ ਮੱਲ ਜੀ ਨੇ ਆਪ ਲਾਇਆ। ਦੂਜੇ ਪਾਸੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ 3 ਗਲਾਸ ਦੁੱਧ ਦੇ ਪਿਲਾਏ ਸੀ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਜਾ ਕੇ। ਉਹਦੇ ਬਦਲੇ ਜਰਵਾਣਿਆਂ ਨੇ ਸਾਰਾ ਪਰਿਵਾਰ ਕੋਹਲੂ ਵਿੱਚ ਪੀੜ ਦਿੱਤਾ ਸੀ। 6 ਸਾਲ ਦਾ ਪੁੱਤਰ ਸੀ ਬਾਬਾ ਨਰੈਣਾ, ਉਹ ਵੀ ਨਹੀਂ ਬਖਸ਼ਿਆ ਸੀ, ਉਹ ਵੀ ਕੋਹਲੂ ਵਿੱਚ ਕੱਢ ਦਿੱਤਾ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਲਾਲਾਂ ਦੀ ਸ਼ਹਾਦਤ ਇਹ ਜਦੋਂ ਕਲੰਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੂਰੇ ਮਾਹੀ ਦੀ ਰਸਨਾ ਤੋਂ ਰਾਏਕੋਟ ਦੀ ਪਾਵਨ ਧਰਤੀ ਤੇ ਬੈਠੇ ਸੁਣਦੇ ਨੇ। ਸਤਿਗੁਰੂ ਦੇ ਕਰ ਕਮਲਾਂ ਵਿੱਚ ਤੀਰ ਪਕੜਿਆ ਹੋਇਆ, ਹੇਠਾਂ ਕਾਹੀ ਦਾ ਬੂਟਾ ਧਰਤੀ ਵਿੱਚ ਖੜਾ, ਉਹਦੀਆਂ ਜੜ੍ਹਾਂ ਨੂੰ ਖੁਰਚਦੇ ਨੇ। ਤੇ ਜਦੋਂ ਇਹ ਸਾਰੀ ਵਿਥਿਆ ਸਮਾਪਤ ਕੀਤੀ, ਨਾਲ ਹੀ ਸਤਿਗੁਰਾਂ ਨੇ ਕਾਹੀ ਦਾ ਬੂਟਾ ਤੀਰ ਦੀ ਨੋਕ ਨਾਲ ਪੁੱਟ ਕੇ ਭਗਾ ਕੇ ਮਾਰਿਆ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਰਹਿ ਰਾਏ ਕੱਲੇ ਜ਼ੁਲਮ ਰਾਜ ਦੀ ਜਿਹੜੀ ਜੜ ਵੀ ਪੁੱਟ ਦਿੱਤੀ ਹੈ। ਜੇ ਸਾਹਿਬਜ਼ਾਦਿਆਂ ਦੀਆਂ ਮਾਤਾ ਗੁਜਰ ਕੌਰ ਜੀ ਦੀਆਂ ਸ਼ਹਾਦਤਾਂ ਨਾ ਹੁੰਦੀਆਂ ਤੇ ਸ਼ਾਇਦ ਜ਼ੁਲਮ ਰਾਜ ਦੀ ਜੜ ਨਾ ਪੁੱਟੀ ਜਾਂਦੀ, ਨਾ ਖਤਮ ਹੁੰਦੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਲਾਲਾਂ ਦਾ ਅੱਜ ਸ਼ਹੀਦੀ ਦਿਹਾੜਾ ਸਾਰੀਆਂ ਸੰਗਤਾਂ ਬੜੇ ਪਿਆਰ ਵਿੱਚ, ਬੈਰਾਗ ਵਿੱਚ ਭਿੱਜ ਕੇ ਮਨਾ ਰਹੀਆਂ ਨੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਆਦੇਸ਼ ਵੀ ਹੋਇਆ ਹੈ ਕਿ ਅੱਜ 10 ਵਜੇ ਚਾਹੇ ਦੇਸ਼ ਦੀ ਸੰਗਤ, ਵਿਦੇਸ਼ ਦੀ, ਕੋਈ ਜਹਾਜ਼ ਵਿੱਚ, ਕੋਈ ਟ੍ਰੇਨ ਵਿੱਚ, ਕੋਈ ਘਰ ਵਿੱਚ, ਜਿੱਥੇ ਵੀ ਹੈ 10 ਵਜੇ 10 ਮਿੰਟ ਵਾਸਤੇ ਸਿਮਰਨ ਦੇ ਵਿੱਚ ਜੁਟ ਜਾਇਓ। ਇਹ ਸਾਹਿਬਜ਼ਾਦਿਆਂ ਦੇ ਚਰਨਾਂ ਦੇ ਅੰਦਰ ਸਾਡੀ ਜਿਹੜੀ ਸੱਚੀ ਸ਼ਰਧਾ ਹੋਵੇਗੀ, ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੋਵੇਗੀ, ਕਿਉਂਕਿ ਸ਼ਹੀਦਾਂ ਦੀ ਬਦੌਲਤ ਸਾਰੇ ਦੁਨੀਆ ਦੇ ਰਾਜ ਭਾਗ ਸੁੱਖ ਅੱਜ ਸਾਨੂੰ ਪ੍ਰਾਪਤ ਹਨ। ਸੋ ਸਾਧ ਸੰਗਤ ਜੀ, ਆਓ ਹੁਣ ਆਪਾਂ ਜੋ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਮੁਖ ਵਾਕ ਬਖਸ਼ਿਆ ਹੈ, ਥੋੜ੍ਹੇ ਜਿਹੇ ਸਮੇਂ ਵਿੱਚ ਪਾਵਨ ਗੁਰਬਾਣੀ ਦੀ ਕਥਾ ਉਹ ਵੀ ਆਪਾਂ ਸ਼ਰਵਣ ਕਰਨੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਸੋਰਠ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਾਵਨ ਸ਼ਬਦ ਉਚਾਰਨ ਕਰਦੇ ਹਨ। ਇਨੀ ਸਤਿਗੁਰ ਸੇਵਿਆ ਪਿਆਰੇ। ਇਹ ਪਾਵਨ ਜਿਹੜਾ ਸ਼ਬਦ ਹੈ, ਇਹ ਕਰਤਾਰਪੁਰ ਦੀ ਪਾਵਨ ਧਰਤੀ ਤੇ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਏ ਹਨ, ਉੱਥੇ ਜਦੋਂ ਦੀਵਾਨ ਸਜਿਆ ਹੋਇਆ ਸੀ, ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅਕਾਲ ਪੁਰਖ ਪਰਮਾਤਮਾ ਤੇ ਸਤਿਗੁਰੂ ਦਾ ਸੇਵਨ ਸਿਮਰਨ ਕਰਨਾ ਤੇ ਸਤਿਗੁਰੂ ਦੀ ਸੇਵਾ ਕਰਨ ਦਾ ਫਲ ਕੀ ਜੀਵ ਨੂੰ ਮਿਲਦਾ ਹੈ। ਤਾਂ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਸ ਵੇਲੇ ਉਚਾਰਨ ਕੀਤਾ ਕਰਤਾਰਪੁਰ ਦੀ ਪਾਵਨ ਧਰਤੀ ਤੇ। ਗਰੀਬ ਨਵਾਜ ਸਤਿਗੁਰੂ ਕਹਿੰਦੇ, ਜਿਨੀ ਸਤਿਗੁਰ ਸੇਵਿਆ ਪਿਆਰੇ। ਹੇ ਮੇਰੇ ਪਿਆਰੇ ਗੁਰੂ ਦੇ ਸਿੱਖਾ, ਜਿਨ੍ਹਾਂ ਨੇ ਭਾਵਨਾ ਵਿੱਚ ਭਿੱਜ ਕਰਕੇ ਆਪਣੇ ਸਤਿਗੁਰੂ ਦਾ ਸੇਵਨ ਸਿਮਰਨ ਕੀਤਾ ਹੈ, ਆਪਣੇ ਗੁਰੂ ਪਰਮਾਤਮਾ ਵਾਹਿਗੁਰੂ ਜੀ ਦੀ ਸੇਵਾ ਕੀਤੀ ਹੈ, ਤਿਨ ਕੇ ਸਾਥ ਧਰੇ। ਉਹਨਾਂ ਸੇਵਾ ਕਰਨ ਵਾਲਿਆਂ ਤੇ ਸਿਮਰਨ ਕਰਨ ਵਾਲਿਆਂ ਦੇ ਸਾਥ ਕਹੀਏ ਸੰਗ ਕਰਕੇ ਉਹਨਾਂ ਦੇ ਨਾਲ ਪੂਰਾਂ ਦੇ ਪੂਰ ਤਰੇ ਤਰ ਜਾਂਦੇ ਨੇ। ਆਪ ਤੇ ਤਰਨਾ ਹੈ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਆਪ ਤਾਂ ਮੁਕਤ ਹੋਣਾ ਹੀ ਹੋਣਾ, ਜਿਹਨੇ ਸਿਮਰਨ ਕੀਤਾ, ਜਿਹਨੇ ਸੇਵਾ ਕੀਤੀ ਗੁਰੂ ਦੀ, ਉਹਨਾਂ ਦੇ ਅੱਗੇ ਸੰਗੀ ਸਾਥੀ ਵੀ ਤਰ ਜਾਂਦੇ ਨੇ, ਮੁਕਤ ਹੋ ਜਾਂਦੇ ਹਨ। ਤਿੰਨਾ ਠਾਕ ਨਾ ਪਾਈਐ ਪਿਆਰੇ। ਹੇ ਮੇਰੇ ਪਿਆਰੇ ਗੁਰੂ ਦੇ ਗੁਰਸਿੱਖਾ, ਉਹਨਾਂ ਗੁਰੂ ਦੇ ਪਿਆਰਿਆਂ ਨੂੰ ਇਸ ਮਾਤ ਲੋਕ ਦੇ ਅੰਦਰ ਸਰੀਰ ਵਿੱਚ ਰਹਿੰਦਿਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਦੀ ਠਾਕ ਕਹੀਏ ਰੋਕ ਨਹੀਂ ਕੋਈ ਪੈਂਦੀ ਹੈ।
ਤੇ ਪਰਲੋਕ ਨੂੰ ਜਾਂਦਿਆਂ ਹੋਇਆਂ ਰਸਤੇ ਵਿੱਚ ਜਮਦੂਤਾਂ ਦੀ ਕੋਈ ਰੋਕ ਨਹੀਂ ਪੈਂਦੀ ਹੈ। ਅੰਮ੍ਰਿਤ ਰਸਨ ਹਰੀ, ਜਿਨ੍ਹਾਂ ਦੀ ਰਸਨਾ ਦੇ ਵਿੱਚ ਹਰਿਆ ਕਰਨ ਵਾਲੇ ਹਰੀ ਪਰਮਾਤਮਾ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਵਸ ਜਾਂਦਾ। ਬੂਢੇ ਭਾਰੇ ਭੈ ਬਿਨਾ ਪਿਆਰੇ, ਇਹ ਮੇਰੇ ਪਿਆਰੇ ਗੁਰੂ ਦੇ ਸਿੱਖਾ, ਜਿਹੜੇ ਗੁਰੂ ਦੇ ਪਰਮਾਤਮਾ ਦੇ ਭੈ ਤੋਂ ਡਰ ਤੋਂ ਬਿਨਾ ਹੋ ਕੇ ਚੱਲਦੇ ਨੇ, ਨਾ ਗੁਰੂ ਦਾ ਡਰ ਰੱਖਦੇ ਨਾ ਪਰਮਾਤਮਾ ਦਾ ਡਰ ਹੈ ਜਿਨ੍ਹਾਂ ਦੇ ਮਨਾਂ ਵਿੱਚ, ਉਹ ਭਾਰੇ ਫਿਰ ਬੱਜਰ ਪਾਪ ਕਰਨ ਤੋਂ ਵੀ ਨਹੀਂ ਰੋਕਦੇ ਹਨ। ਪੱਥਰਾਂ ਵਰਗੇ ਪਹਾੜਾਂ ਵਰਗੇ ਬੱਜਰ ਪਾਪ ਕਰਨ ਕਰਕੇ ਬੂਢੇ ਦਾ ਅਰਥ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਨੇ। ਤਾਰੀ ਨਦਰ ਕਰੀ, ਜਿਨ੍ਹਾਂ ਤੇ ਪਰਮਾਤਮਾ ਵਾਹਿਗੁਰੂ ਆਪਣੀ ਨਦਰ ਮਿਹਰ ਦੀ ਦ੍ਰਿਸ਼ਟੀ ਪਾ ਦਿੰਦਾ, ਉਹ ਵਾਹਿਗੁਰੂ ਤੇ ਗੁਰੂ ਦੇ ਡਰ ਵਿੱਚ ਰਹਿੰਦੇ ਨੇ। ਗੁਰੂ ਦਾ ਡਰ ਹੋਣਾ ਬਹੁਤ ਜ਼ਰੂਰੀ ਹੈ ਗੁਰਸਿੱਖ ਦੇ ਅੰਦਰ। ਜਿਹਦੇ ਡਰ ਨਹੀਂ ਗੁਰੂ ਦਾ ਤੇ ਉਹ ਬੰਦਾ ਕਾਹਦਾ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਇੰਨਾ ਡਰ ਹੋਵੇ ਕਿ ਮੈਂ ਪ੍ਰਗਟ ਗੁਰਾਂ ਕੀ ਦੇਹੀ ਦੀ ਗੋਦ ਵਿੱਚ ਬੈਠਾ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਮੇਰੇ ਬੋਲਾਂ ਨੂੰ ਸੁਣਦੇ ਪਏ ਨੇ ਤੇ ਸਤਿਗੁਰੂ ਪਾਤਸ਼ਾਹ ਦਾ ਡਰ ਸਿੱਖ ਦੇ ਮਨ ਅੰਦਰ ਹੋਣਾ ਅਤੀ ਜ਼ਰੂਰੀ ਹੈ। ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰਦਾ ਉਹਨਾਂ ਦੇ ਮਨਾਂ ਅੰਦਰ ਗੁਰੂ ਪਰਮਾਤਮਾ ਦਾ ਡਰ ਪੈ ਜਾਂਦਾ। ਫਿਰ ਡਰਦੇ ਹੋਏ ਸਮਾਨ ਤੇ ਬੱਜਰ ਉਹ ਪਾਪ ਨਹੀਂ ਕਰਦੇ ਹਨ। ਜਿਹੜੇ ਪਾਪਾਂ ਤੋਂ ਰਹਿਤ ਫਿਰ ਉਹ ਤਾਰੇ ਪਰਮਾਤਮਾ ਤਾਰ ਦਿੰਦਾ, ਮੁਕਤ ਕਰ ਦਿੰਦਾ। ਕੀ ਤੂੰ ਹੈ ਸਲਾਹਣਾ ਪਿਆਰੇ, ਹੇ ਪਿਆਰੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਮੈਂ ਤੂੰ ਹੈ ਦਾ ਅਰਥ ਹੈ ਤੁਹਾਡੇ ਤਾਈਂ ਮੈਂ ਸਲਾਹੁਣਾ ਕਰਦਾ ਹਾਂ। ਕੀ ਤੇਰੀ ਸਲਾਹ, ਮਨ ਕਰਕੇ ਵੀ ਤੁਹਾਨੂੰ ਸਲਾਹੁੰਦਾ ਹਾਂ ਤੇ ਬਾਣੀ ਕਰਕੇ ਵੀ ਤੇਰੀ ਸਿਫਤ ਸਲਾਹਤਾ ਕਰਦਾ, ਤੇਰੀ ਵਡਿਆਈ ਕਰਦਾ ਹਾਂ। ਬਿਨ ਮੋਹਿਤ ਭੈ ਡੁੱਬਿਆ ਪਿਆਰੇ, ਹੇ ਪਿਆਰੇ ਜਿਹੜਾ ਕੋਈ ਬਿਨਾਂ ਬੋਹਿਤ ਜਹਾਜ਼ ਬੇੜੇ ਤੋਂ ਬੰਦਾ ਉਹ ਸੰਸਾਰ ਸਮੁੰਦਰ ਦੇ ਅੰਦਰ ਡੁੱਬਦਾ ਹੈ। ਜਿਨ੍ਹਾਂ ਕੋਲ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਬੋਹਿਤ ਨਹੀਂ ਹੈ, ਕੋਈ ਬੇੜਾ ਜਹਾਜ਼ ਨਹੀਂ, ਉਹਨਾਂ ਦਾ ਸੰਸਾਰ ਸਮੁੰਦਰ ਵਿੱਚ ਲੋਭ ਦੀਆਂ ਜਿਹੜੀਆਂ ਐਸੀਆਂ ਲਾਲਚ ਦੀਆਂ ਲਹਿਰਾਂ ਨੇ, ਇਹਨਾਂ ਵਿੱਚ ਡੁੱਬਣਾ ਹੁੰਦਾ ਹੈ, ਖਤਮ ਹੋ ਜਾਂਦਾ ਜੀਵ। ਕੰਦੀ ਪਾਏ ਕਹਾਹ, ਕੰਦੀ ਦਾ ਅਰਥ ਕਿਨਾਰੇ ਦੇ ਉੱਪਰ ਸੰਸਾਰ ਸਮੁੰਦਰ ਦੇ ਵਿੱਚ ਬਹੁਤ ਸਾਰਾ ਕਹਾ ਕਹਿੰਦੇ ਡੰਡ ਰੌਲਾ ਪੈ ਰਿਹਾ। ਦੁਨੀਆ ਵਿੱਚ ਲੋਕ ਕਹਿੰਦੇ ਫਲਾਨਾ ਰਿਸ਼ੀ ਰੁੜ ਗਿਆ, ਫਲਾਨਾ ਮੁਨੀ ਸੀ, ਉਹਨੂੰ ਮਾਇਆ ਨੇ ਖਚਿਤ ਕਰ ਦਿੱਤਾ। ਕਿਸੇ ਤੇ ਜੜ ਮਾਇਆ ਪੈ ਗਈ, ਕਿਸੇ ਤੇ ਚੇਤਨ ਮਾਇਆ ਦਾ ਪ੍ਰਭਾਵ ਪੈ ਗਿਆ। ਇਸ ਤਰ੍ਹਾਂ ਸੰਸਾਰ ਸਮੁੰਦਰ ਦੇ ਕਿਨਾਰੇ ਤੇ ਬਹੁਤਾ ਹੀ ਕਹਾ ਕਹਿੰਦੇ ਡੰਡ ਰੌਲਾ ਪੈ ਰਿਹਾ ਹੈ। ਵਿਸਰਾਮ ਦੇ ਕੇ ਸਤਿਗੁਰੂ ਉਚਾਰਨ ਕਰਦੇ ਹਨ। ਸਾਲਾਹੀ ਸਾਲਾਹਣਾ ਪਿਆਰੇ, ਜਿਹੜਾ ਸਲਾਉਣੇ ਯੋਗ ਅਕਾਲ ਪੁਰਖ ਪਰਮਾਤਮਾ ਹੈ, ਹੇ ਪਿਆਰੇ ਗੁਰਸਿੱਖਾ ਉਹਦੀ ਸਲਾਹੁਤਾ ਕਰ, ਪਰਮਾਤਮਾ ਦੀ ਸਿਫਤ ਵਡਿਆਈ ਕਰਿਆ ਕਰ। ਦੂਜਾ ਅਵਰ ਨਾ ਕੋਈ, ਜਿਸ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾ ਦੂਜਾ ਅਵਰ ਹੋਰ ਕਿਸੇ ਸਥਾਨ ਵਿੱਚ ਦੂਸਰਾ ਕੋਈ ਵੀ ਨਹੀਂ ਹੈ। ਮੇਰੇ ਪ੍ਰਭ ਸਲਾਹਣ ਸੇ ਭਲੇ ਪਿਆਰੇ, ਜਿਹੜੇ ਮੇਰੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਸਲਾਹੁਤਾ ਕਰਦੇ ਨੇ, ਹੇ ਪਿਆਰੇ ਗੁਰਸਿੱਖਾ ਉਹ ਸਾਰਿਆਂ ਤੋਂ ਭਲੇ ਚੰਗੇ ਸਤਿਕਾਰਯੋਗ ਹਨ। ਸ਼ਬਦ ਰਤੇ ਰੰਗ ਹੋਏ, ਜਿਹੜੇ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਵਿੱਚ ਰੱਤੇ ਰੰਗੇ ਜਾਂਦੇ, ਉਹਨਾਂ ਦੀ ਜ਼ਿੰਦਗੀ ਵਿੱਚ ਰੰਗ ਹੋਏ ਆਨੰਦ ਬਣਦੇ ਹਨ। ਤਿਸ ਕੀ ਸੰਗਤ ਜੇ ਮਿਲਾ ਪਿਆਰੇ, ਜੇਕਰ ਇਹੋ ਜੇ ਕਿਸੇ ਗੁਰਮੁਖ ਪਿਆਰੇ ਨਾਮ ਵਿੱਚ ਰੰਗੇ ਹੋਏ ਦੀ ਸੰਗਤ ਮਿਲ ਜਾਵੇ, ਹੇ ਪਿਆਰੇ ਗੁਰਸਿੱਖਾ ਰਸ ਲੈ ਤਤ ਵਿਲੋਏ, ਫਿਰ ਰਸ ਜਿਹੜਾ ਬ੍ਰਹਮਾਨੰਦ ਦਾ ਹੈ ਉਹ ਵੀ ਜੀਵ ਪ੍ਰਾਪਤ ਕਰ ਲੈਂਦਾ। ਤਤ ਸਿਧਾਂਤ ਰੂਪ ਜਿਹੜਾ ਪਰਮਾਤਮਾ ਬ੍ਰਹਮ ਵਿਆਪਕ ਹੈ, ਉਹਨੂੰ ਬਲੋਏ ਦਾ ਅਰਥ ਵੇਖ ਲੈਂਦਾ, ਤੱਕ ਲੈਂਦਾ ਹੈ। ਪਾਤ ਪਰਵਾਣਾ ਸਾਜ ਕਾ ਪਿਆਰੇ, ਐਸਾ ਜਿਹੜਾ ਪਤ ਇੱਜ਼ਤ ਦੇਣ ਵਾਲਾ ਪਰਵਾਨਾ ਹੁੰਦਾ, ਸਾਧ ਸੰਗਤ ਆਗਿਆ ਪੱਤਰ। ਜਿਸ ਲੈਟਰ ਦੇ ਉੱਤੇ, ਜਿਸ ਚਿੱਠੀ ਪੱਥਰ ਦੇ ਉੱਪਰ ਕੋਈ ਸਾਧ ਸੰਗਤ ਜੀ ਆਗਿਆ ਕੀਤੀ ਹੋਵੇ, ਉਹਨੂੰ ਪਰਵਾਨਾ ਕਹਿੰਦੇ ਨੇ। ਐਸਾ ਪਰਵਾਨਾ ਕਿਹੜਾ ਹੈ? ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਪਰਵਾਨਾ।
ਸੱਚੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਜਿਹੜਾ ਪਰਵਾਨਾ ਆਗਿਆ ਪੱਤਰ ਜੀ ਨੂੰ ਮਿਲ ਗਿਆ, ਉਹਦੀ ਪਤ ਇੱਜ਼ਤ ਮਾਤ ਲੋਕ ਤੇ ਪਰਲੋਕ ਵਿੱਚ ਰਹਿੰਦੀ ਹੈ। ਨਾਮ ਸੱਚਾ ਨੀਸਾਨ, ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਸੱਚਾ ਨਾਮ ਹੈ, ਇਹੀ ਨਿਸ਼ਾਨ ਕਹਿੰਦੇ ਟੰਬੂ ਹੈ। ਆਇਆ ਲਿਖ ਲੈ ਜਾਵਨ ਪਿਆਰੇ, ਹੇ ਪਿਆਰੇ ਗੁਰੂ ਦੇ ਸਿੱਖਾ, ਇਸ ਮਾਤ ਲੋਕ ਦੇ ਅੰਦਰ ਜੀਵ ਵਾਹਿਗੁਰੂ ਦੇ ਹੁਕਮ ਦੇ ਵਿੱਚ ਆਇਆ ਸੀ, ਤੇ ਜਿਹੋ ਜੇ ਕਰਮ ਜੀਵ ਨੇ ਕੀਤੇ ਨੇ, ਉਹੋ ਜੇ ਫਿਰ ਆਪਣੇ ਭਾਗ ਜਿਹੜੇ ਲਿਖ ਕਰਕੇ ਮਾਤ ਲੋਕ ਦੇ ਵਿੱਚੋਂ ਚਲਿਆ ਜਾਂਦਾ। ਹੁਕਮੀ ਹੁਕਮ ਪਛਾਣ, ਹੁਕਮੀ ਦਾ ਅਰਥ ਹੈ ਪਰਮਾਤਮਾ ਵਾਹਿਗੁਰੂ, ਤੇ ਸਾਧ ਸੰਗਤ ਜੀ ਉਸ ਪਰਮਾਤਮਾ ਵਾਹਿਗੁਰੂ ਦਾ ਹੁਕਮ ਵਿਰਲੇ ਹੀ ਪਛਾਣਦੇ ਨੇ। ਇਹ ਸਾਰਾ ਕੁਝ ਜੋ ਕੁਝ ਹੋ ਰਿਹਾ ਸਤਿਗੁਰੂ ਪਾਤਸ਼ਾਹ ਕਹਿੰਦੇ ਹੁਕਮ ਦੇ ਅੰਦਰ ਹੈ। ਜਿਹੜਾ ਹੁਕਮ ਮੰਨ ਲੈਂਦਾ, ਹੁਕਮੀ ਪਰਮਾਤਮਾ ਦੇ ਸਰੂਪ ਦੀ ਪਹਿਚਾਣ ਕਰ ਲੈਂਦਾ, ਉਹਨੂੰ ਸਖਿਆਤ ਕਰਦਾ ਹੈ। ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ, ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਹੁਕਮ ਹੈ, ਇਹ ਗੁਰੂ ਧਾਰਨ ਕੀਤੇ ਤੋਂ ਬਿਨਾ, ਗੁਰੂ ਵਾਲੇ ਬਣਨ ਤੋਂ ਬਿਨਾ ਬੁੱਝਿਆ ਨਹੀਂ ਜਾਂਦਾ, ਸਮਝਿਆ ਨਹੀਂ ਜਾਂਦਾ। ਸਾਚੇ ਸਾਚਾ ਤਾਣ, ਸੱਚੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਤਾਣ ਜਿਹੜਾ ਬਲ ਹੀ ਸੱਚਾ ਹੈ, ਬਾਕੀ ਰੂਹਾਨੀ ਜਸਮਾਨੀ ਬਲ ਜਿਹੜੇ ਸਾਰੇ ਝੂਠੇ ਹਨ। ਹੁਕਮੈ ਅੰਦਰ ਨਿਮਿਆ ਪਿਆਰੇ, ਪਰਮਾਤਮਾ ਵਾਹਿਗੁਰੂ ਜੀ ਦਾ ਜਦੋਂ ਹੁਕਮ ਹੋਇਆ ਤੇ ਇਹ ਜੀਵ ਮਾਤਾ ਦੇ ਉਦਰ ਅੰਦਰ ਪਿਤਾ ਦੇ ਧਾਤੂ ਕਰਕੇ, ਮਾਤਾ ਦੇ ਰਕਤ ਕਰਕੇ ਨਿਮਿਆ ਇਸਤਤ ਹੋਇਆ। ਹੁਕਮੈ ਉਦਰ ਮਝਾਰ, ਤੇ ਹੁਕਮ ਦੇ ਅਨੁਸਾਰ ਹੀ ਮਾਤਾ ਦੇ ਉਦਰ ਕਈਏ ਗਰਭ ਦੇ ਵਿੱਚ ਜੀਵ ਦਾ ਟਿਕਾ ਹੁੰਦਾ ਹੈ, ਉੱਥੇ ਇਹਦਾ ਵਜੂਦ ਬਣਦਾ। ਹੁਕਮੈ ਅੰਦਰ ਜੰਮਿਆ ਪਿਆਰੇ, ਜਿਸ ਵੇਲੇ ਜੰਮਿਆ ਜਨਮ ਹੁੰਦਾ ਤੇ ਵੀ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਹੈ। ਹੇ ਪਿਆਰੇ ਗੁਰਸਿੱਖਾ, ਉਦੋ ਸਿਰ ਕੈ ਭਾਰ, ਫਿਰ ਜੀਵ ਜਿਹੜਾ 9 ਮਹੀਨੇ ਪੁੱਠਾ ਲਟਕਦਾ ਸਿਰ ਭਾਰ ਹੋ ਕਰਕੇ ਮਾਤਾ ਦੇ ਗਰਭ ਵਿੱਚ, ਗੁਰਮੁਖ ਦਰਗਹਿ ਜਾਣੀਐ ਪਿਆਰੇ। ਹੇ ਪਿਆਰੇ ਗੁਰੂ ਦੇ ਸਿੱਖਾ, ਜਿਹੜੇ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਗੁਰਮੁਖ ਨੇ, ਉਹ ਦਰਗਾਹ ਦੇ ਅੰਦਰ ਜਾਣੇ ਜਾਂਦੇ, ਉਹਨਾਂ ਦਾ ਮਾਣ ਤੇ ਸਤਿਕਾਰ ਹੁੰਦਾ। ਚੱਲਾ ਕਾਰਜ ਸਾਰ, ਕਿਉਂਕਿ ਦੁਨੀਆ ਦੇ ਵਿੱਚੋਂ ਆਪਣਾ ਕਾਰਜ ਜਿਹੜਾ ਸੀ ਮੁਕਤੀ ਦਾ, ਗਿਆਨ ਪ੍ਰਾਪਤੀ ਦਾ ਸਵਾਰ ਕਰਕੇ ਤੁਰਦੇ, ਗਿਆਨਵਾਨ ਹੋ ਕੇ ਜਾਂਦੇ ਹਨ। ਹੁਕਮੈ ਅੰਦਰ ਆਇਆ ਪਿਆਰੇ, ਹੇ ਪਿਆਰੇ ਗੁਰਸਿੱਖਾ, ਇਹ ਜੀਵ ਜਿਹੜਾ ਹੁਕਮ ਦੇ ਅੰਦਰ ਹੀ ਸੰਸਾਰ ਵਿੱਚ ਆਇਆ ਜਨਮ ਲੈ ਕੇ, ਹੁਕਮੇ ਜਾਦੂ ਜਾਈ, ਜਦੋਂ ਜਾਦੋ ਇਸ ਪ੍ਰਕਾਰ ਜਾਏ ਜਾਣ ਵਾਲਾ ਜੀਵ ਜਾਦੋ ਜਾਂਦਾ ਹੈ, ਤੇ ਉਸ ਵੇਲੇ ਮਰਨਾ ਵੀ ਹੁਕਮ ਦੇ ਵਿੱਚ ਹੈ। ਹੁਕਮੇ ਬੰਨ ਚਲਾਈਐ ਪਿਆਰੇ, ਹੇ ਪਿਆਰੇ ਗੁਰਸਿੱਖਾ, ਆਪਣੇ ਆਪ ਨੂੰ ਜਿਹੜਾ ਜੀਵਨ ਹੈ, ਇਹਨੂੰ ਪਰਮਾਤਮਾ ਦੇ ਹੁਕਮ ਦੇ ਵਿੱਚ ਬੰਨ ਕਰਕੇ ਮਰਜ਼ਾਦਾ ਵਿੱਚ ਚਲਾਉਣਾ ਕਰੀਏ। ਮਨਮੁਖ ਲਹਿ ਸਜਾਏ, ਬਾਕੀ ਦੂਸਰੇ ਪਾਸੇ ਜਿਹੜੇ ਜੀਵ ਬੁਰੇ ਕਰਮ ਕਰਦੇ, ਪਾਪ ਕਰਮ ਕਰਦੇ ਨੇ, ਉਹਨਾਂ ਨੂੰ ਹੁਕਮ ਦੇ ਵਿੱਚ ਬੰਨ ਕਰਕੇ ਜਿਹੜੇ ਜਮਦੂਤ ਚਲਾ ਕੇ ਤੁਰਦੇ ਨੇ। ਮਨਮੁਖ ਲਹਿ ਸਜਾਏ, ਮਨਮੁਖ ਬੰਦੇ ਬਹੁਤ ਤਰ੍ਹਾਂ ਦੀਆਂ ਸਜਾਵਾਂ ਮਾਤ ਲੋਕ ਵਿੱਚ ਵੀ ਭੋਗੀ ਜਾਂਦੇ। ਇੱਥੇ ਲੱਤਾਂ ਬਾਹਾਂ ਟੁੱਟ ਜਾਂਦੀਆਂ, ਜਵਾਨਾਂ ਰੁਕ ਜਾਂਦੀਆਂ, ਤੇ ਅੱਗੇ ਪਰਲੋਕ ਵਿੱਚ ਜਾ ਕਰਕੇ ਸੂਖਮ ਸਰੀਰਾਂ ਕਰਕੇ ਸਜ਼ਾ ਭੋਗਦੇ ਨੇ। ਇੱਥੇ ਵੀ ਦੁਖੀ ਤੇ ਪਰਲੋਕ ਵਿੱਚ ਵੀ ਦੁਖੀ ਹੁੰਦੇ। ਹੁਕਮੇ ਸ਼ਬਦ ਪਛਾਣੀਐ ਪਿਆਰੇ, ਜਿਹੜਾ ਸ਼ਬਦ ਬ੍ਰਹਮ ਸਰੂਪ ਹੈ ਪਰਮਾਤਮਾ ਵਾਹਿਗੁਰੂ, ਇਹ ਗੁਰੂ ਦੇ ਹੁਕਮ ਕਰਕੇ ਪਛਾਣਿਆ ਜਾਂਦਾ। ਦਰਗਹਿ ਪੈਦਾ ਜਾਏ, ਦਰਗਾਹ ਦੇ ਅੰਦਰ ਫਿਰ ਗੁਰੂ ਦੇ ਪਿਆਰੇ ਹੁਕਮ ਵਿੱਚ ਚੱਲਣ ਵਾਲੇ ਜਸ ਰੂਪੀ ਪੁਸ਼ਾਕਾਂ ਪਹਿਨ ਕਰਕੇ ਜਾਂਦੇ ਹਨ। ਹੁਕਮੇ ਗਣਤ ਗਣਾਈਐ ਪਿਆਰੇ, ਹੇ ਪਿਆਰੇ ਗੁਰੂ ਦੇ ਸਿੱਖਾ, ਜਿੰਨੀਆਂ ਵੀ ਕੋਈ ਗਿਣਤੀਆਂ ਗਿਣਦਾ ਹੈ ਜੀਵ, ਮੈਂ ਇੰਨੇ ਜਿਹੜੇ ਪੁੰਨ ਕੀਤੇ, ਇੰਨੇ ਤੀਰਥ ਯਾਤਰਾ ਕੀਤੀਆਂ, ਇਹ ਸਾਰਾ ਕੁਝ ਹੁਕਮ ਦੇ ਵਿੱਚ ਹੈ। ਹੁਕਮੇ ਹਉਮੈ ਦੋਈ, ਜਿਹੜੀਆਂ ਦੋ ਚੀਜ਼ਾਂ, ਇੱਕ ਹਉਮੈ ਜਿਹੜੀ ਹੰਗਤਾ ਹੈ, ਇੱਕ ਮਮਤਾ ਹੈ। ਹੰਗਤਾ ਤੇ ਮਮਤਾ ਦੋਵੇਂ ਇਹ ਵੀ ਹੁਕਮ ਦੇ ਵਿੱਚ ਹੀ ਬਣੀਆਂ ਹੋਈਆਂ। ਹੁਕਮੇ ਭਵੈ ਭਵਾਈਐ ਪਿਆਰੇ, ਹੇ ਪਿਆਰੇ ਗੁਰੂ ਦੇ ਸਿੱਖਾ, ਇਹ ਜਿਹੜਾ ਸੰਸਾਰ ਦੇ ਅੰਦਰ ਜੀਵ ਦਾ ਬਾਰ-ਬਾਰ ਜਿਹੜਾ ਭਵਣਾ ਹੈ, ਜਨਮ ਲੈ ਕੇ ਆਉਣਾ, ਮਰ ਕਰਕੇ ਜਾਣਾ, ਤੇ ਫਿਰ ਅੱਗੇ ਜੂਨਾਂ ਵਿੱਚ ਭਵਾਈਆ ਫੇਰ ਘੁੰਮਣਾ ਹੈ, ਇਹ ਵੀ ਸਾਰਾ ਹੁਕਮ ਦੇ ਵਿੱਚ ਹੀ ਚੱਲ ਰਿਹਾ।
ਅਵਗਣ ਮੁਠੀ ਰੋਈ। ਜਿਹੜੀ ਜੀਵ ਰੂਪ ਇਸਤਰੀ ਔਗਣਾ ਨੇ ਮੁੱਠੀ ਕਈਏ ਲੁੱਟ ਲੈਣਾ ਕੀਤੀ, ਫਿਰ ਉਹ ਰੋਏ ਰੋਂਦੀ ਪਛਤਾਪ ਕਰਦੀ ਹੈ। ਹੁਕਮ ਸਿਆਪੈ ਸਾਹ ਕਾ ਪਿਆਰੇ। ਇਹ ਪਿਆਰੇ ਗੁਰਸਿੱਖਾ, ਜਿਹੜੇ ਗੁਰੂ ਦੇ ਪਿਆਰੇ ਆਪਣੇ ਸ਼ਾਹ ਮਾਲਕ ਪਰਮਾਤਮਾ ਗੁਰੂ ਦਾ ਹੁਕਮ ਪਛਾਣਦੇ ਹਨ, ਸੱਚ ਮਿਲੈ ਵਡਿਆਈ ਹੋਈ। ਉਹਨਾਂ ਨੂੰ ਸੱਚਾ ਨਾਮ ਮਿਲ ਜਾਂਦਾ ਜਪਣ ਵਾਸਤੇ। ਉਸ ਨਾਮ ਜਪਣ ਕਰਕੇ ਫਿਰ ਉਹਨਾਂ ਦੀ ਇੱਥੇ ਵੀ ਪਰਲੋਕ ਵਿੱਚ ਵੀ ਵਡਿਆਈ ਹੁੰਦੀ। ਆਖਣ ਔਖਾ ਆਖੀਐ ਪਿਆਰੇ। ਇਹ ਪਿਆਰੇ ਗੁਰੂ ਦੇ ਸਿੱਖਾ, ਪਰਮਾਤਮਾ ਦਾ ਜਿਹੜਾ ਨਾਮ ਅਖਿਆਣਾ ਦੇ ਦੁਆਰਾ ਆਖਣਾ ਇਹ ਬਹੁਤ ਔਖਾ, ਆਖਿਆ ਨਹੀਂ ਜਾਂਦਾ। ਜੋ ਸੁਣਿਆ ਸਚ ਨਾਮ। ਜਿਹੜਾ ਸੱਚਾ ਨਾਮ ਆਖਣਾ ਬੜਾ ਔਖਾ, ਉਹ ਸੁਣਨਾ ਵੀ ਕੋਈ ਸੌਖਾ ਨਹੀਂ ਹੈ। ਕਿਉਂ ਸੁਣੀਐ ਸਚ ਨਾਉ? ਜਦੋਂ ਨਾਮ ਸੁਣਦੇ, ਬਾਣੀ ਸੁਣਦੇ ਨੀਂਦ ਆਉਣ ਲੱਗ ਜਾਂਦੀ, ਆਲਸ ਪੈ ਜਾਂਦੀ, ਸਿਮਰਨੇ ਗੁੱਟ ਕੇ ਹੱਥਾਂ ਵਿੱਚੋਂ ਕਈ ਵਾਰੀ ਬੰਦੇ ਦੇ ਡਿੱਗ ਪੈਂਦੇ ਨੇ। ਇਹ ਨਾਮ ਆਖਣਾ ਵੀ ਔਖਾ ਤੇ ਸੁਣਨਾ ਵੀ ਬੜਾ ਔਖਾ ਹੈ। ਜਿਨੀ ਸੋ ਸਾਲਾਹਿਆ ਪਿਆਰੇ। ਹੇ ਪਿਆਰੇ ਗੁਰਸਿੱਖਾ, ਜਿਨ੍ਹਾਂ ਨੇ ਉਹ ਤਤ ਪਦ ਦਾ ਲੱਖ ਅਰਥ ਪਰਮਾਤਮਾ ਵਾਹਿਗੁਰੂ ਦੀ ਸਲੋਤਾ ਕੀਤੀ, ਸਿਫਤ ਕੀਤੀ ਹੈ, ਹਉ ਤਿਨ ਬਲਿਹਾਰੈ ਜਾਓ। ਉਹਨਾਂ ਗੁਰੂ ਦੇ ਸਿੱਖਾਂ ਤੋਂ ਸਦਾ ਵਾਸਤੇ ਮਨ ਬਾਣੀ ਸਰੀਰ ਕਰਕੇ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ। ਨਾਉ ਮਿਲੈ ਸੰਤੋਖੀਆਂ ਪਿਆਰੇ। ਜਿਨ੍ਹਾਂ ਨੂੰ ਵਾਹਿਗੁਰੂ ਜੀ ਦਾ ਨਾਮ ਮਿਲ ਜਾਂਦਾ, ਉਹਨਾਂ ਦੇ ਚਿੱਤ ਦੀਆਂ ਜਿਹੜੀਆਂ ਬਿਰਤੀਆਂ, ਮਨ ਬੁੱਧ ਚਿੱਤ ਹੰਕਾਰ ਅੰਤਸ਼ ਕਰਨ ਦੀਆਂ ਬਿਰਤੀਆਂ ਸਾਰੀਆਂ ਸੰਤੋਖ ਦੇ ਸੰਯੁਕਤ ਹੋ ਜਾਂਦੀਆਂ। ਨਦਰੀ ਮੇਲ ਮਿਲਾਓ। ਨਦਰੀ ਐਸਾ, ਜਦੋਂ ਪਰਮਾਤਮਾ ਵਾਹਿਗੁਰੂ ਕਿਰਪਾ ਦੀ ਦ੍ਰਿਸ਼ਟੀ ਪਾਉਂਦਾ ਹੈ, ਆਪਣੇ ਮੇਲ ਸਰੂਪ ਦੇ ਵਿੱਚ ਮਿਲਾ ਲੈਂਦਾ ਉਹਨਾਂ ਤਾਈਂ। ਕਾਇਆ ਕਾਗਦ ਜੇ ਥੀਐ ਪਿਆਰੇ। ਜੇਕਰ ਆਪਣੇ ਸਰੀਰ ਨੂੰ, ਕਾਇਆ ਦਾ ਅਰਥ ਸਰੀਰ ਹੈ, ਕਾਇਆ ਦਾ ਅਰਥ ਬੁੱਧੀ ਵੀ ਕੀਤਾ ਜਾਂਦਾ, ਆਪਣੇ ਸਰੀਰ ਨੂੰ, ਬੁੱਧੀ ਨੂੰ ਕਾਗਜ਼ ਬਣਾ ਲੈਣਾ ਕਰੀਏ। ਮਨ ਮਸਵਾਣੀ ਧਾਰ। ਹੇ ਪਿਆਰੇ ਗੁਰੂ ਦੇ ਸਿੱਖਾ, ਆਪਣਾ ਜਿਹੜਾ ਮਨ ਹੈ ਇਹਨੂੰ ਮਸਵਾਣੀ ਦਵਾਤ ਬਣਾ ਲੈ। ਦਵਾਤ ਵਿੱਚ ਕਰਨਾ, ਮੁਦਤਾ, ਪੇਖਿਆ, ਮੈਤਰਤਾ, ਸ਼ਰਧਾ, ਇਹ ਸਿਆਹੀ ਪਾ ਲੈਣੀ ਕਰ। ਲਲਤਾ ਲੇਖਣ ਸੱਚ ਕੀ ਪਿਆਰੇ। ਲਲਤਾ ਨਾਮ ਹੁੰਦਾ ਹੈ ਜਵਾਨ ਦਾ, ਜਿਹੜੀ ਰਸਨਾ ਹੈ ਇਹ ਲੇਖਣ ਦਾ ਅਰਥ ਲਿਖਣ ਵਾਲੀ ਕਲਮ ਬਣਾ ਲੈ। ਕੀ ਲਿਖਣਾ ਪਿਆਰੇ? ਸੱਚੇ ਪਰਮਾਤਮਾ ਵਾਹਿਗੁਰੂ ਜੀ ਦੀ ਸਿਫਤ ਲਿਖਣੀ ਕਰ। ਹਰ ਗੁਣ ਲਿਖੋ ਵਿਚਾਰ। ਹਰੀ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਲਿਖਣਾ ਸ਼ੁਰੂ ਕਰ ਦੇ ਤੇ ਵਿਚਾਰਨਾ ਸ਼ੁਰੂ ਕਰ ਦੇ। ਧੰਨ ਲੇਖਾਰੀ ਨਾਨਕਾ ਪਿਆਰੇ। ਹੇ ਪਿਆਰੇ ਗੁਰੂ ਦੇ ਸਿੱਖਾ, ਉਹ ਲਿਖਾਰੀ ਇਹੋ ਜਿਹੇ ਧੰਨਤਾ ਦੇ ਯੋਗ ਹਨ, ਸਾਚ ਲਿਖੈ ਉਰ ਧਾਰ। ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਸੱਚੇ ਨਾਮ ਨੂੰ ਔਰ ਹਿਰਦੇ ਵਿੱਚ ਧਾਰਨ ਕਰਕੇ ਆਪਣੇ ਸਰੀਰ ਕਰਕੇ ਤੇ ਬੁੱਧੀ ਦੇ ਉੱਪਰ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਜਿਹੜਾ ਲੇਖਾ ਲਿਖ ਲਿਆ ਹੈ। ਬੁੱਧੀ ਕਰਕੇ ਵੀ ਵਿਚਾਰ ਨਾਮ ਦੀ ਕਰਦੇ, ਸਰੀਰ ਕਰਕੇ ਵੀ ਨਾਮ ਵਿੱਚ ਜੁੜਦੇ ਨੇ। ਉਹ ਇਹੋ ਜਿਹੇ ਲਿਖਾਰੀ ਗੁਰੂ ਦੇ ਪਿਆਰੇ ਗੁਰਸਿੱਖ ਸਿਮਰਨ ਕਰਨ ਵਾਲੇ ਅਭਿਆਸੀ, ਉਹ ਧੰਨਤਾ ਦੇ ਯੋਗ ਹਨ। ਇਹ ਪਰਮ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਸ ਵੇਲੇ ਕਰਤਾਰਪੁਰ ਦੀਆਂ ਸੰਗਤਾਂ ਨੂੰ ਬਖਸ਼ਿਸ਼ ਕੀਤਾ। ਅੱਜ ਸਮੁੱਚੀ ਕਾਇਨਾਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਂਝਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਦੇ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਪ੍ਰਸੰਗ ਦੀ ਵਿਚਾਰ ਕਰਦਿਆਂ, ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹਨ। ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖਿਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ। ਕਾਇਆ ਕਾਗਦ ਜੇ ਥੀਐ ਪਿਆਰੀ, ਮਨ ਮਸਵਾਣੀ ਧਾਰ। ਲਲਤਾ ਲੇਖਨ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ। ਧੰਨ ਲੇਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।